Hello everyone, welcome to Victor's Knowledge. This is Chinu Sharma, and today I am going to discuss with you a very important topic, that is legal reasoning. So ਜਿਹੜਾ ਆਉਣ ਵਾਲਾ ਪੰਜਾਬ ਸਬ ਇੰਸਪੈਕਟਰ ਦਾ ਐਗਜ਼ਾਮ ਆ ਇਹਦੇ ਵਿੱਚ ਜਿਹੜਾ ਲੀਗਲ ਰੀਜ਼ਨਿੰਗ ਦਾ ਟੌਪਿਕ ਹੈ ਇਹ ਸਿਲੇਬਸ ਵਿੱਚ ਅਲੱਗ ਤੋਂ ਮੈਂਸ਼ਨਡ ਹੈ। ਇਹਨੇ ਆਪਣੇ ਲਈ ਇੰਪੋਰਟੈਂਟ ਵੀ ਬਹੁਤ ਹੈ। ਸੋ ਕਾਫੀ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਇਹਨੂੰ ਕਿਵੇਂ ਤਿਆਰ ਕਰੀਏ। ਸੋ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਡੇ ਨਾਲ ਇਹ ਡਿਸਕਸ ਕਰੂੰਗੀ ਕਿ ਤੁਸੀਂ ਇਹਦੇ ਵਿੱਚ ਕਿਹੜੇ-ਕਿਹੜੇ ਇੰਪੋਰਟੈਂਟ ਟੌਪਿਕਸ ਪੜ੍ਹਨੇ ਨੇ। ਬਾਕੀ ਜਿਹੜੇ ਮੇਰੇ 100 MCQs ਨੇ ਇਹ ਮੈਂ ਬਹੁਤ ਹੀ ਜ਼ਿਆਦਾ ਡੀਪਲੀ ਰਿਸਰਚ ਕਰਨ ਤੋਂ ਬਾਅਦ ਤਿਆਰ ਕੀਤੇ ਨੇ। ਸੋ ਤੁਸੀਂ ਇਹਨਾਂ ਚੋਂ ਇੱਕ ਵੀ MCQ ਮਿਸ ਨਹੀਂ ਕਰਨਾ because ਇਹ ਸਭ ਤੋਂ ਜ਼ਿਆਦਾ most expected and most important MCQs ਨੇ। ਸੋ ਇਹਨਾਂ MCQs ਦੇ ਨਾਲ ਤੁਹਾਡਾ ਹਰ ਤਰ੍ਹਾਂ ਦਾ ਜਿਹੜਾ law ਦਾ ਏਰੀਆ ਹੈ legal reasoning ਦੇ ਲਈ ਉਹ ਤਿਆਰ ਹੋ ਜਾਊਗਾ। So firstly, let's look into the topics that needs to be covered under legal reasoning. So number 1 ਤੇ Indian Penal Code IPC, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਇਹ ਜੌਬ ਕਿਸ ਤਰ੍ਹਾਂ ਦੀ ਹੋਊਗੀ। ਜੋ ਤੁਸੀਂ ਸਬ ਇੰਸਪੈਕਟਰ ਲੱਗ ਗਏ ਤਾਂ ਤੁਹਾਡਾ ਰੋਜ਼ ਦਾ ਜਿਹੜੇ ਧਾਰਾਵਾਂ ਨੇ IPC ਹੈ ਇਹਦੇ ਅੰਦਰ ਕਿੰਨੀ ਸਜ਼ਾ ਹੈ, ਕਿਹੜੇ ਕੋਡ ਦੇ ਅੰਦਰ ਤੁਸੀਂ ਕੇਸ ਦਰਜ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਆਪਾਂ ਨੂੰ IPC ਚ ਮਿਲਦੀ ਹੈ। ਸੋ IPC ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਪੂਰੇ ਲੀਗਲ ਰੀਜ਼ਨਿੰਗ ਟੌਪਿਕ ਦੇ ਅੰਦਰ। ਨੈਕਸਟ ਹੈ ਸਿਚੁਏਸ਼ਨ ਫੈਕਟ ਬੇਸ। ਸੋ ਮੈਂ ਤੁਹਾਡੇ ਨਾਲ ਇੱਕ ਦੋ ਸਿਚੁਏਸ਼ਨ ਫੈਕਟ ਬੇਸ ਕੁਐਸਚਨ ਵੀ ਡਿਸਕਸ ਕਰੂੰਗੀ ਜਿਹਦੇ ਨਾਲ ਤੁਹਾਨੂੰ ਆਈਡੀਆ ਲੱਗ ਜੇ। ਵੈਸੇ ਤਾਂ ਤੁਹਾਨੂੰ ਇਹਦੇ ਚੋਂ ਨਾਰਮਲ ਕੁਐਸਚਨ ਆਉਣਗੇ ਬਟ ਬਾਈ ਚਾਂਸ ਜੇ ਤੁਹਾਨੂੰ ਸਿਚੁਏਸ਼ਨ ਬੇਸਡ ਆਉਂਦੇ ਨੇ ਤਾਂ ਤੁਸੀਂ ਉਸ ਚੀਜ਼ ਦੇ ਲਈ ਆਲਰੇਡੀ ਤਿਆਰ ਹੋਣੀ ਚਾਹੀਦੀ ਹੋ। ਨੈਕਸਟ ਆਉਂਦਾ ਲਾਅ ਆਫ ਟਾਰਟ ਕਨਸਟੀਟਿਊਸ਼ਨ, ਇਹ ਆਪਣੇ ਪੋਲਿਟੀ ਹੈਡ ਦੇ ਅੰਦਰ ਵੀ ਪੜ੍ਹ ਲਿਆ ਪਰ ਇਹਦੇ ਅੰਦਰ ਕੀ ਹੈ ਲੀਗਲ ਰੀਜ਼ਨਿੰਗ ਦੇ ਵਿੱਚ ਤੁਸੀਂ ਇਹ ਸਮਝ ਲਓ ਵੀ ਤੁਹਾਨੂੰ ਕੁਝ ਵੀ ਆ ਸਕਦਾ ਹੈ ਕਨਸਟੀਟਿਊਸ਼ਨ ਦਾ, ਇਹਦੇ ਸੋਰਸਿਸ, ਇਹਦੇ ਇੰਪੋਰਟੈਂਟ ਅਮੈਂਡਮੈਂਟਸ। ਸੋ ਇਹ ਥੋੜਾ ਵਾਈਡ ਟੌਪਿਕ ਹੋ ਜਾਂਦਾ ਹੈ। ਨੈਕਸਟ ਹੈ ਇੰਡੀਅਨ ਕੰਟਰੈਕਟ ਐਕਟ, ਕਰੰਟ ਲੀਗਲ ਜੀਕੇ, ਜਿਵੇਂ ਆਪਾਂ ਨੇ ਕਰੰਟ ਲੀਗਲ ਡਿਵੈਲਪਮੈਂਟ ਕੀਤੀਆਂ ਸੀ, ਕੋਈ ਰੀਸੈਂਟ ਕੇਸਿਸ ਨੇ, ਸੋ ਉਹ ਸਾਰਾ ਕੁਝ ਆ ਜਾਂਦਾ ਹੈ ਕਰੰਟ ਲੀਗਲ ਜੀਕੇ ਦੇ ਅੰਦਰ। ਨੈਕਸਟ ਕੋਈ ਵੀ ਰੈਂਡਮ ਟੌਪਿਕ, ਕੋਈ ਪ੍ਰਿੰਸੀਪਲਸ ਹੁੰਦੇ ਨੇ ਲਾਅ ਦੇ ਜਿਹਨੂੰ ਆਪਾਂ ਮੈਗਜ਼ੀਮ ਕਹਿੰਦੇ ਆ, ਜਾਂ ਫੈਮਿਲੀ ਲਾਅ ਦੇ ਵਿੱਚੋਂ ਕੁਐਸਚਨ ਆ ਸਕਦਾ ਹੈ, ਸਿਵਲ ਲਾਅ ਚੋਂ ਆ ਸਕਦਾ ਹੈ। ਸੋ ਆਪਣਾ ਫਰਸਟ ਕੁਐਸਚਨ ਹੈ ਇਨ ਪੈਰਾਏ ਡਿਲਿਕਟੋ ਮੀਨਸ। ਸੋ ਪੈਰਾਏ ਉਰੇ ਆ ਗਿਆ ਪਾਰਟੀ, ਡਿਲਿਕਟੋ ਇਨ ਡਿਸਪਿਊਟ। ਸੋ ਇਨ ਪੈਰਾਏ ਡਿਲਿਕਟੋ ਦਾ ਮਤਲਬ ਹੈ ਜਿੱਥੇ ਦੋਨੋਂ ਪਾਰਟੀਆਂ ਦਾ ਬਰਾਬਰ ਦਾ ਕਸੂਰ ਹੋਵੇ, where both parties to a dispute are equally at fault. Next is lex loci mean. lex loci ਦਾ ਮਤਲਬ ਹੈ ਜਿਹੜੀ ਜਗ੍ਹਾ ਤੇ ਤੁਸੀਂ ਕ੍ਰਾਈਮ ਕੀਤਾ ਉੱਥੋਂ ਦਾ law of a place. ਸੋ ਜਿਹੜਾ ਇਹ ਕੁਐਸਚਨ ਹੈ ਇਹ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਰਿਪੀਟ ਹੁੰਦਾ ਹੈ। ਸੋ ਮੈਂ ਆਪਣੇ ਵੱਲੋਂ ਤੁਹਾਨੂੰ ਜੋ ਇਹ 100 MCQ ਅੱਜ ਕਰਵਾਉਂਗੀ, ਸੋ these are from the best of my knowledge and experience ਤੇ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਵੀ ਕੁਐਸਚਨ ਮਿਸ ਕਰਨਾ ਅਫੋਰਡ ਨਹੀਂ ਕਰ ਸਕਦੇ। ਨੈਕਸਟ ਹੈ ਇਹਨਾਂ ਦੇ ਵਿੱਚੋਂ ਕਿਹੜੀ ਹਾਈ ਕੋਰਟ ਸਭ ਤੋਂ ਪੁਰਾਣੀ ਹੈ ਇੰਡੀਆ ਦੀ। ਸੋ that is ਹਾਈ ਕੋਰਟ ਆਫ ਕਲਕੱਤਾ। ਨੈਕਸਟ ਫੋਰਥ, ਇਹ ਹੁਣ ਸਿਚੁਏਸ਼ਨ ਬੇਸਡ ਕੁਐਸਚਨ ਆ ਗਿਆ। ਮੈਂ ਇਹ ਤੁਹਾਨੂੰ ਇਸੇ ਲਈ ਦੇ ਰਹੀ ਹਾਂ ਤੇ ਬਹੁਤ ਸੌਖਾ ਜਿਹਾ ਕੁਐਸਚਨ ਦਿੱਤਾ ਹੈ ਜਿਹਦੇ ਨਾਲ ਜੇ ਐਗਜ਼ਾਮ ਦੇ ਵਿੱਚ ਤੁਹਾਨੂੰ ਬਾਈ ਚਾਂਸ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਤਾਂ ਤੁਹਾਨੂੰ ਪਤਾ ਹੋਵੇ ਕਿ ਅਸੀਂ ਉਸ ਨੂੰ ਕਿਵੇਂ ਸੋਲਵ ਕਰਨਾ ਹੈ। ਸੋ ਆਪਾਂ ਪਹਿਲਾਂ ਪ੍ਰਿੰਸੀਪਲ ਦੇਖ ਲੈਂਦੇ ਹਾਂ। where one of the party to contract was able to dominate the decision of the other party, the contract is enforceable only at the option of the party who was able to dominate the decision of the other. So simple ਹੁਣ ਤੁਸੀਂ ਇਹਦਾ ਮਤਲਬ ਸਮਝਣਾ ਹੈ। ਕਹਿੰਦੇ ਜਿੱਥੇ ਕੋਈ ਆਪਸ ਵਿੱਚ ਕੰਟਰੈਕਟ ਕਰ ਰਿਹਾ ਦੋ ਪਾਰਟੀਆਂ ਨੇ, ਇੱਕ ਪਾਰਟੀ ਇਹ ਜਿਹੀ ਪੋਜੀਸ਼ਨ ਤੇ ਹੈ ਜਿਹੜੀ ਦੂਜੀ ਪਾਰਟੀ ਦੇ ਉੱਤੇ ਜ਼ਿਆਦਾ ਅਸਰਦਾਰ ਹੈ, ਡੋਮੀਨੇਟ ਕਰ ਰਹੀ ਹੈ, ਤਾਂ ਕਹਿੰਦੇ ਜਿਹੜਾ ਕੰਟਰੈਕਟ ਇਨਫੋਰਸ ਕਰਵਾਉਣਾ ਹੈ, ਲਾਗੂ ਕਰਵਾਉਣਾ, ਉਹ ਉਸੇ ਪਾਰਟੀ ਦੇ ਮਰਜ਼ੀ ਦੇ ਨਾਲ ਉਸੇ ਪਾਰਟੀ ਦੇ ਵੱਲੋਂ ਹੀ ਲਾਗੂ ਕਰਵਾਇਆ ਜਾਊਗਾ ਜਿਹੜੀ ਪਾਰਟੀ ਇੱਕ ਹਾਇਰ ਪੋਜੀਸ਼ਨ ਦੇ ਉੱਤੇ ਬੈਠੀ ਹੈ। ਸੋ ਹੁਣ ਆਪਾਂ ਫੈਕਟ ਦੇਖ ਲੈਂਦੇ ਆ ਇਸ ਪ੍ਰਿੰਸੀਪਲ ਨੂੰ। ਆਪਾਂ ਨੇ ਇਹ ਪ੍ਰਿੰਸੀਪਲ ਆ ਗਿਆ, ਆਈ ਹੋਪ ਤੁਸੀਂ ਸਿੰਪਲ ਜਿਹਾ ਪ੍ਰਿੰਸੀਪਲ ਸਮਝ ਗਏ ਹੋਵੋਗੇ ਕਿ ਡੋਮੀਨੇਟਿੰਗ ਪਾਰਟੀ ਕੰਟਰੈਕਟ ਦਾ ਜੋ ਡਿਸੀਜਨ ਹੈ ਉਹਨੂੰ ਅਸਰ ਕਰੂਗੀ। ਸੋ ਹੁਣ ਫੈਕਟ ਆਪਾਂ ਨੂੰ ਦੇਤਾ, ਇੱਕ ਸਿਚੁਏਸ਼ਨ ਦੇਤੀ। ਸੋ ਕਹਿੰਦੇ ਇੱਕ ਡਾਕਟਰ ਹੈ, ਉਹਨੇ ਆਪਣੇ ਪੇਸ਼ੈਂਟ ਨੂੰ ਕਿਹਾ ਕਿ ਮੈਂ ਤੇਰਾ ਬੁਖਾਰ ਦਾ ਇਲਾਜ ਕਰਨਾ, ਮੈਨੂੰ 10 ਲੱਖ ਰੁਪਏ ਦੇ। ਸੋ ਅ ਡਾਕਟਰ ਆਸਕਡ ਹਿਸ ਪੇਸ਼ੈਂਟ to make a payment of ₹10 lakh for treatment of his fever. So patient ਸੀ ਜਿਹੜਾ ਉਹਨੇ 5 ਲੱਖ ਰੁਪਏ ਦੇ ਤੇ
ਤੇ ਬਾਕੀ ਉਹ ਕਹਿੰਦਾ 5 ਲੱਖ ਮੈਂ ਜਦੋਂ ਮੇਰਾ ਟ੍ਰੀਟਮੈਂਟ ਹੋ ਗਿਆ ਮੈਂ ਉਸ ਤੋਂ ਬਾਅਦ ਦੇ ਦੂੰਗਾ। ਸੋ ਟ੍ਰੀਟਮੈਂਟ ਕਰਤਾ ਡਾਕਟਰ ਨੇ, ਪੇਸ਼ੈਂਟ ਬੁਖਾਰ ਤੋਂ ਰਿਕਵਰ ਹੋ ਗਿਆ, ਉਹਦਾ ਬੁਖਾਰ ਉਤਰ ਗਿਆ। ਹੁਣ ਡਾਕਟਰ ਨੇ ਬਾਕੀ ਦਾ ਪੈਸਾ ਮੰਗਿਆ ਤਾਂ ਪੇਸ਼ੈਂਟ ਨੇ ਮਨਾ ਕਰਤਾ। ਸੋ ਹੁਣ ਆਪਾਂ ਨੇ ਆਹ ਵਾਲੇ ਪ੍ਰਿੰਸੀਪਲ ਨੂੰ ਅਪਲਾਈ ਕਰਕੇ ਦੇਖਣਾ ਵੀ ਇਹਨਾਂ ਚਾਰਾਂ ਸਿਚੁਏਸ਼ਨ ਦੇ ਵਿੱਚੋਂ ਕਿਹੜੀ ਸਿਚੁਏਸ਼ਨ ਸਹੀ ਰਹੂਗੀ। ਸੋ ਉਰੇ ਜਿਹੜਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਡੀ, the contract is enforceable against the patient by the doctor। ਕਿਉਂ? ਕਿਉਂਕਿ ਡਾਕਟਰ ਉਰੇ ਡੋਮੀਨੇਟਿੰਗ ਪੋਜੀਸ਼ਨ ਤੇ ਹੈ। ਸੋ ਡਾਕਟਰ ਨੇ ਜਦੋਂ ਪੇਸ਼ੈਂਟ ਨੂੰ ਆਫਰ ਕੀਤਾ ਸੀ ਵੀ ਮੈਂ ਤੇਰੇ ਤੋਂ 10 ਲੱਖ ਰੁਪਇਆ ਲਊਂਗਾ ਤੇਰਾ ਬੁਖਾਰ ਦਾ ਇਲਾਜ ਕਰਨ ਲਈ, ਪੇਸ਼ੈਂਟ ਉਸੇ ਸਮੇਂ ਮਨਾ ਕਰ ਸਕਦਾ ਸੀ। ਜੇ ਪੇਸ਼ੈਂਟ ਨੇ ਹਾਂ ਕਰਕੇ ਡਾਕਟਰ ਤੋਂ ਇਲਾਜ ਕਰਵਾਇਆ ਤਾਂ ਹੁਣ ਚਾਹੇ ਉਹ ਬੁਖਾਰ ਦੇ ਹੋਰ 5 ਲੱਖ ਰੁਪਇਆ ਮੰਗ ਰਿਹਾ ਹੈ, ਪੇਸ਼ੈਂਟ ਨੂੰ ਉਹ ਪੈਸੇ ਦੇਣੇ ਪੈਣਗੇ। ਸੋ ਇਹ ਹੈ ਸਿੰਪਲ ਜਿਹਾ ਇੱਕ ਫੈਕਚੁਅਲ ਬੇਸਡ ਸਿਚੁਏਸ਼ਨ। ਸੋ ਇਹ ਮੈਂ ਤੁਹਾਨੂੰ ਇਸੇ ਲਈ ਪ੍ਰੋਵਾਈਡ ਕਰਵਾ ਰਹੀ ਹਾਂ ਕਿਉਂਕਿ ਰੀਜ਼ਨਿੰਗ ਦੇ ਵਿੱਚ ਤੁਸੀਂ ਦੇਖਿਆ ਹੋ ਕਿ ਸਟੇਟਮੈਂਟ, ਕਨਕਲੂਜਨ, ਐਜ਼ੰਪਸ਼ਨ ਇਦਾਂ ਦੇ ਕੁਐਸਚਨ ਬਹੁਤ ਵਾਰੀ ਦੇਖਣ ਨੂੰ ਮਿਲਦੇ ਨੇ। ਸੋ ਲੀਗਲ ਰੀਜ਼ਨਿੰਗ ਦੇ ਵਿੱਚ ਵੀ ਇਹ ਪ੍ਰਿੰਸੀਪਲ ਫੈਕਟਸ ਵਾਲੇ ਕੁਐਸਚਨ ਆ ਸਕਦੇ ਨੇ। ਸੋ ਤੁਸੀਂ ਇਹਦੇ ਲਈ ਪ੍ਰਿਪੇਅਰ ਰਹਿਣਾ। ਇਹ ਬਹੁਤ ਹੀ ਜ਼ਿਆਦਾ ਸਿੰਪਲ ਜਿਹੇ ਕੁਐਸਚਨ ਹੁੰਦੇ ਨੇ, ਬਸ ਆਪਾਂ ਨੇ ਇਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖਣਾ ਵੀ ਜੇ ਅਸੀਂ ਹੋਈਏ ਇਸ ਪ੍ਰਿੰਸੀਪਲ ਨੂੰ ਅਪਲਾਈ ਕਰਕੇ ਆਪਾਂ ਕੀ ਡਿਸੀਜਨ ਲਵਾਂਗੇ। ਸੋ ਫਿਫਥ ਇਜ਼ what does legal term caveat emptor refer to? ਸੋ caveat emptor ਦਾ ਮਤਲਬ ਹੁੰਦਾ ਹੈ let the buyer beware। ਇਹ ਉੱਥੇ ਅਪਲਾਈ ਕੀਤੀ ਜਾਂਦੀ ਹੈ ਜਿੱਥੇ ਆਪਾਂ ਕਹਿੰਦੇ ਆ ਵੀ ਬਾਈ ਚਾਂਸ ਜਿਹੜਾ ਬਾਇਰ ਹੈ ਉਹ ਕੋਈ ਦੁਕਾਨਦਾਰ ਤੋਂ ਸਮਾਨ ਖਰੀਦਣ ਗਏ, ਆਪਣੇ ਕੋਲ ਚਾਂਸ ਸੀ ਜਿਵੇਂ ਹੁਣ ਕੋਈ ਐਕਸਪਾਇਰੀ ਵਾਲੀ ਚੀਜ਼ ਹੈ, ਆਪਾਂ ਚੈੱਕ ਕਰ ਲੈਂਦੇ ਹਾਂ ਕਿ ਬ੍ਰੈਡ ਹੈ, ਦੁੱਧ ਹੈ, ਇਹ ਐਕਸਪਾਇਰ ਤਾਂ ਨਹੀਂ। ਸੋ ਕਹਿੰਦੇ ਉੱਥੇ ਇਹ ਅਪਲਾਈ ਕੀਤਾ ਜਾਂਦਾ ਵੀ ਬਾਇਰ ਨੂੰ ਜਾਗਰੂਕ ਰਹਿਣਾ ਚਾਹੀਦਾ। ਨੈਕਸਟ ਹੈ ਸਿਕਸਥ, which of the following is entrusted with the statutory duty of laying down the standard of professional conduct and etiquette for advocates in India? So India ਦੇ ਵਿੱਚ ਕਹਿੰਦੇ ਕਿਹੜੀ ਇਹ ਜੀ ਆਰਗੇਨਾਈਜੇਸ਼ਨ ਹੈ ਜਿਹੜੀ ਤੈਅ ਕਰਦੀ ਹੈ ਵੀ ਜਿਹੜੇ ਵਕੀਲ ਨੇ ਉਹਨਾਂ ਨੇ ਕਿਵੇਂ ਪ੍ਰੋਫੈਸ਼ਨਲੀ ਬਿਹੇਵ ਕਰਨਾ। ਸੋ ਉਹ ਤੈਅ ਕਰਦੀ ਹੈ ਬਾਰ ਕਾਉਂਸਲ ਆਫ ਇੰਡੀਆ। ਨੈਕਸਟ ਕਹਿੰਦੇ ਲਾਅ ਦੀ ਭਾਸ਼ਾ ਦੇ ਵਿੱਚ ਨੇਬਰ ਦਾ ਕੀ ਮਤਲਬ ਹੈ? ਸੋ ਲਾਅ ਦੀ ਭਾਸ਼ਾ 'ਚ ਨੇਬਰ ਦਾ ਮਤਲਬ ਹੈ ਜੋ ਕੋਈ ਵੀ ਲੋਕ ਤੁਹਾਡੇ ਕਿਸੇ ਵੀ ਐਕਸ਼ਨ ਦੇ ਨਾਲ ਪ੍ਰਭਾਵਿਤ ਹੋਣ, people who might be affected by your action। 8th ਕੁਐਸਚਨ ਹੈ ਕਿ ਕਿਸੇ ਵੀ ਸਟੇਟ ਗਵਰਨਮੈਂਟ ਦਾ ਜਿਹੜਾ ਲੀਗਲ ਐਡਵਾਈਜ਼ਰ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਸੋ ਉਹਨੂੰ ਆਪਾਂ ਕਹਿੰਦੇ ਆ ਐਡਵੋਕੇਟ ਜਨਰਲ। ਨੈਕਸਟ ਹੈ ਸਿਚੁਏਸ਼ਨ ਬੇਸਡ। ਸੋ ਇਹ ਪ੍ਰਿੰਸੀਪਲ ਆ, ਕਹਿੰਦੇ ਜੇ ਆਪਾਂ ਕਿਸੇ ਦੀ ਬਿਨਾਂ ਪਰਮਿਸ਼ਨ ਤੋਂ ਕਿਸੇ ਦੀ ਕੋਈ ਗੁੱਡਸ ਹੈ, ਕੋਈ ਚੀਜ਼ ਹੈ, ਕੋਈ ਸਮਾਨ ਦੇ ਨਾਲ ਛੇੜਖਾਨੀ ਕਰਦੇ ਆ ਤਾਂ ਉਹਨੂੰ ਟ੍ਰੈਸਪਾਸ ਮੰਨਿਆ ਜਾਊ। ਇਹ ਕਵਾਂਗੇ ਵੀ ਆਪਾਂ ਬਿਨਾਂ ਕਿਸੇ ਵਾਜਿਬ ਰੀਜ਼ਨ ਤੋਂ ਦਖਲ ਦਿੱਤਾ। ਸੋ ਹੁਣ ਆਪਾਂ ਫੈਕਟ ਦੇਖ ਲੈਂਦੇ ਆ। ਕਹਿੰਦੇ ਜ਼ੈਡ ਨੇ ਇੱਕ ਕਾਰ ਖਰੀਦੀ ਇਹੋ ਜਿਹੇ ਬੰਦੇ ਤੋਂ ਜਿਹਦੇ ਕੋਲ ਉਸ ਕਾਰ ਨੂੰ ਲੈ ਕੇ ਕੋਈ ਟਾਈਟਲ ਨਹੀਂ ਸੀ, ਉਹ ਮਾਲਿਕ ਨਹੀਂ ਸੀ ਕਾਰ ਦਾ, ਪਰ ਜ਼ੈਡ ਨੇ ਉਹਦੇ ਤੋਂ ਕਾਰ ਖਰੀਦ ਲਈ ਤੇ ਬਾਅਦ ਵਿੱਚ ਉਹ ਕਾਰ ਨੂੰ ਰਿਪੇਅਰ ਕਰਾਉਣ ਦੇ ਲਈ ਗੈਰਾਜ 'ਚ ਭੇਜਤਾ। X believing wrongly that the car was his removed it from the garage। ਸੋ X ਨੂੰ ਲੱਗਿਆ ਵੀ ਜਿਹੜੀ ਇਹ ਕਾਰ ਹੈ ਇਹ ਮੇਰੀ ਹੈ। ਸੋ X ਨੇ ਗਲਤੀ ਨਾਲ ਗੈਰਾਜ ਦੇ ਵਿੱਚੋਂ ਉਹ ਕਾਰ ਨੂੰ ਕਿਤੇ ਹੋਰ ਪਹੁੰਚਾਤਾ। ਸੋ ਕਹਿੰਦੇ ਉਰੇ ਕੀ ਹੁਣ X ਹੈ ਜਿਹੜਾ ਉਹ ਗਿਲਟੀ ਹੋਊਗਾ। X can be held responsible for trespass of goods। ਕਹਿੰਦੇ ਗੁੱਡਸ ਅੱਗਿਓਂ ਚਾਹੇ Z ਨੇ ਕਿਸੇ ਬਿਨਾਂ ਮਾਲਿਕ ਤੋਂ ਕਾਰ ਖਰੀਦੀ ਸੀ, ਪਰ ਉਸ ਟਾਈਮ ਹੁਣ ਜਿਹੜੀ ਕਾਰ ਹੈ ਉਹ Z ਦੀ ਹੀ ਮੰਨੀ ਜਾਊਗੀ। ਸੋ X ਹੈ ਜਿਹੜਾ ਜੇ ਬਿਨਾਂ Z ਦੀ ਮਰਜ਼ੀ ਤੋਂ ਕਾਰ ਨੂੰ ਗੈਰਾਜ ਚੋਂ ਜਿੱਥੇ ਉਹ ਰਿਪੇਅਰ ਦੇ ਲਈ ਆਈ ਹੈ ਅੱਗੇ ਕਿਤੇ ਭੇਜ ਰਿਹਾ ਤਾਂ X ਦੇ ਉੱਤੇ ਕੇਸ ਬਣਦਾ। X ਨੂੰ ਆਪਾਂ ਕਾਰ ਦੀ ਜਿਹੜੀ ਛੇੜਖਾਨੀ ਹੈ, ਟ੍ਰੈਸਪਾਸ ਹੁੰਦਾ ਕਿਸੇ ਦੀ ਗੁੱਡਸ ਦੇ ਨਾਲ ਤੁਸੀਂ ਹੇਰਾਫੇਰੀ ਕਰਦੇ ਹੋ, ਛੇੜਛਾੜ ਕਰਦੇ ਹੋ, ਕਹਿੰਦੇ ਉਸ ਚੀਜ਼ ਦੇ ਲਈ ਆਪਾਂ ਰਿਸਪੌਂਸਿਬਲ ਕਹਾਂਗੇ। ਨੈਕਸਟ ਹੈ 10th ਕੁਐਸਚਨ, what is lis pendis? ਬਹੁਤ ਜ਼ਿਆਦਾ ਇੰਪੋਰਟੈਂਟ ਟਰਮ ਹੈ ਸਿਵਲ ਲਾਅ ਦੀ। ਸੋ lis pendis ਦਾ ਮਤਲਬ ਹੈ ਜਦੋਂ ਕੋਈ ਕੇਸ ਪੈਂਡਿੰਗ ਹੋਵੇ। ਤੇ ਉਰੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਲਾਅ ਦੀ ਭਾਸ਼ਾ ਦੇ ਵਿੱਚ ਸੂਟ ਮਤਲਬ ਹੁੰਦਾ ਹੈ ਕੇਸ, ਸਿਵਲ ਕੇਸ। So 11th is what is the meaning of maxim nemo judex in sua causa? ਇਹ ਜਿਹੜਾ ਮੈਗਜ਼ੀਮ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, 100% ਇਹਦੇ ਆਉਣ ਦੇ ਚਾਂਸ ਨੇ। ਸੋ ਨੈਮੋ ਜੂਡਿਕਸ ਇਨ ਸੂਆ ਕੌਜ਼ਾ ਦਾ ਮਤਲਬ ਹੈ ਕਿ ਕੋਈ ਵੀ ਬੰਦਾ ਆਪਣਾ ਕੇਸ ਖੁਦ ਨਹੀਂ ਲੜ ਸਕਦਾ। No person can be a judge in his own case। Next ਹੈ 12th, the violation of which of the given right
leads to an action in torts. So ਉਹ ਹੈ rights in personam. So 13th is when the consent of a party to contract has been obtained by undue influence, fraud, misrepresentation. ਕਹਿੰਦੇ ਜਦੋਂ ਆਪਾਂ ਕਿਸੇ ਦੇ ਨਾਲ ਕੋਈ ਐਗਰੀਮੈਂਟ ਕਰ ਰਹੇ ਹਾਂ, ਕੰਟਰੈਕਟ ਕਰ ਰਹੇ ਹਾਂ, ਜਿਹੜਾ ਆਪਾਂ ਉਹਦੇ ਸਾਈਨ ਲੈ ਰਹੇ ਹਾਂ, ਉਹਦੀ ਕੰਸੈਂਟ ਲੈ ਰਹੇ ਹਾਂ, ਉਹ ਆਪਾਂ ਫਰਾਡ ਦੇ ਨਾਲ ਲਈਏ, ਉਹਦੇ ਉੱਤੇ ਪ੍ਰੈਸ਼ਰ ਪਾ ਕੇ ਲਈਏ, ਉਹਨੂੰ ਗਲਤ ਫੈਕਟਸ ਦੱਸ ਕੇ ਲਈਏ, ਤਾਂ ਕਹਿੰਦੇ ਜਿਹੜਾ ਕੰਟਰੈਕਟ ਹੈ ਉਹ ਕੰਟਰੈਕਟ ਵੈਲਿਡ ਨਹੀਂ ਹੋਊਗਾ, ਉਹ ਹੋਊਗਾ voidable. ਨੈਕਸਟ ਹੈ ਇਨ ਕਿਡਨੈਪਿੰਗ ਦਾ ਕੰਸੈਂਟ ਆਫ ਅ ਮਾਈਨਰ ਇਜ਼, ਕਹਿੰਦੇ ਜੇ ਆਪਾਂ ਕਿਸੇ ਮਾਈਨਰ ਦੀ 18 ਸਾਲ ਤੋਂ ਛੋਟੇ ਦੀ ਕੰਸੈਂਟ ਲੈ ਰਹੇ ਹਾਂ ਚਾਹੇ ਨਹੀਂ ਲੈ ਰਹੇ, ਉਹਦੀ ਕੰਸੈਂਟ ਉਹਦੀ ਮਰਜ਼ੀ ਬਿਲਕੁਲ ਇਮੈਟੀਰੀਅਲ ਹੈ, ਕੋਈ ਉਹਦਾ ਮਤਲਬ ਨਹੀਂ ਹੈ. ਨੈਕਸਟ ਹੈ ਜੇ ਟੈਕਸ ਰੇਟ ਇਨਕਰੀਜ਼ ਹੋ ਰਿਹਾ ਇਨਕਮ ਦੇ ਲੈਵਲ ਦੇ ਨਾਲ, ਕਹਿੰਦੇ ਕਿਸੇ ਦੀ ਇਨਕਮ ਵੱਧ ਰਹੀ ਹੈ ਨਾਲ ਹੀ ਉਹਦਾ ਟੈਕਸ ਰੇਟ ਵਧੀ ਜਾ ਰਿਹਾ ਹੈ, ਤਾਂ ਆਪਾਂ ਉਸ ਤਰ੍ਹਾਂ ਦੇ ਉਸ ਕਾਈਂਡ ਦੇ ਟੈਕਸ ਨੂੰ ਕਹਿੰਦੇ ਆ ਪ੍ਰੋਗਰੈਸਿਵ ਟੈਕਸ. 16th ਹੈ ਜਿਹੜਾ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਹੈ ਕਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਉਹ ਕਿੱਥੋਂ ਲਿਆਂਦਾ ਗਿਆ? ਸੋ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਲਿਆਂਦਾ ਹੈ ਅਮਰੀਕਾ ਤੋਂ. ਨੈਕਸਟ ਹੈ ਰਾਈਟ ਟੂ ਲਾਈਫ, ਕਹਿੰਦੇ ਰਾਈਟ ਟੂ ਲਾਈਫ ਕੀ ਹੈ? ਇਹ ਇੱਕ ਫੰਡਾਮੈਂਟਲ ਰਾਈਟ ਹੈ. ਨੈਕਸਟ ਸੁਪਰੀਮ ਕੋਰਟ ਦੇ ਵਿੱਚ ਕੁੱਲ ਜੱਜਿਸ ਦੀ ਸਟਰੈਂਥ ਕਿੰਨੀ ਹੈ? ਸੋ ਉਹ ਹੈ 34, ਆਪਸ਼ਨ ਡੀ. ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਰਿਟ, ਇਹਨਾਂ ਦੇ ਵਿੱਚੋਂ ਰਿਟ ਕਿਹੜੀ ਨਹੀਂ ਹੈ? ਪਹਿਲਾਂ ਤਾਂ ਤੁਸੀਂ ਇਹ ਦੇਖ ਲਓ, ਰਿਟ ਦੇ ਦੋ ਆਰਟੀਕਲ ਤਿਆਰ ਕਰ ਲਓ, ਆਰਟੀਕਲ 32 ਤੇ ਆਰਟੀਕਲ 226. ਜੇ ਹਾਈ ਕੋਰਟ ਚ ਰਿਟ ਪਾਉਣੀ ਹੈ ਤਾਂ ਇਹਦੇ ਅੰਦਰ ਪਾਓਗੇ, ਜੇ ਤੁਸੀਂ ਸੁਪਰੀਮ ਕੋਰਟ ਚ ਪਾਉਣੀ ਹੈ ਤਾਂ ਆਰਟੀਕਲ 32 ਚ. ਸੋ ਇਹਨਾਂ ਦੇ ਵਿੱਚੋਂ ਵਾਰੰਟ ਕੋਈ ਵੀ ਰਿਟ ਨਹੀਂ ਹੈ, ਬਾਕੀ ਇਹ ਤਿੰਨੋਂ ਰਿਟ ਦੀਆਂ ਕਾਈਂਡਸ ਨੇ. ਸੋ 20th ਹੈ ਕਿਹੜੀ ਸਟੇਟ ਦੇ ਕੋਲ ਇੱਕ ਲੈਜਿਸਲੇਟਿਵ ਕਾਉਂਸਲ ਹੈ? ਆਪਾਂ ਨੂੰ ਪਤਾ ਹੈ ਕਿ ਸਟੇਟਸ ਵੀ ਆਪਣੇ ਦੋ ਤਰ੍ਹਾਂ ਦੀਆਂ ਅਸੈਂਬਲੀਆਂ ਬਣਾ ਸਕਦੀਆਂ ਨੇ, ਦੋ ਤਰ੍ਹਾਂ ਦੇ ਹਾਊਸਿਸ ਬਣਾ ਸਕਦੀਆਂ ਨੇ, ਇੱਕ ਤਾਂ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ ਤੇ ਦੂਜੀ ਹੈ ਕਾਉਂਸਲ. ਸੋ ਇਹਨਾਂ ਚਾਰਾਂ ਦੇ ਵਿੱਚੋਂ ਤੇਲੰਗਾਨਾ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੈ. ਇਹ ਕੁਐਸਚਨ ਐਗਜ਼ਾਮੀਨਰਸ ਦਾ ਲੀਗਲ ਰੀਜ਼ਨਿੰਗ ਦੇ ਵਿੱਚੋਂ ਫੇਵਰੇਟ ਕੁਐਸਚਨ ਹੈ, ਸੋ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ. ਸੋ ਬਾਕੀ ਜਿੰਨੀਆਂ ਵੀ ਲੈਜਿਸਲੇਟਿਵ ਕਾਉਂਸਲਸ ਨੇ, ਇਹ ਮੈਂ ਤੁਹਾਨੂੰ ਸੈਂਟਰ ਐਂਡ ਸਟੇਟ ਲੈਜਿਸਲੇਚਰ ਦਾ ਜਿਹੜਾ ਟੌਪਿਕ ਕਰਾਇਆ ਸੀ ਉਹਦੇ ਅੰਦਰ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਕਮੈਂਟਸ ਵਿੱਚੋਂ ਲਿਖੋ ਕਿ ਕਿਹੜੀਆਂ-ਕਿਹੜੀਆਂ ਸਟੇਟਸ ਦੇ ਕੋਲ ਲੈਜਿਸਲੇਟਿਵ ਕਾਉਂਸਲ ਹੈ. ਸੋ ਬਹੁਤ ਸਾਰੇ ਸਟੂਡੈਂਟਸ ਨੇ ਇਹਦਾ ਸਹੀ ਆਨਸਰ ਕੀਤਾ ਸੀ, ਤਾਂ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਤੁਸੀਂ ਇਹ 100% ਤਿਆਰ ਕਰਕੇ ਜਾਣਾ ਵੀ ਕਿਹੜੀਆਂ-ਕਿਹੜੀਆਂ ਸਟੇਟਸ ਦੇ ਦੋ ਹਾਊਸਿਸ ਨੇ. ਨੈਕਸਟ ਹੈ 21ਵਾਂ ਕੁਐਸਚਨ, ਜਿਹੜਾ ਲਾਅ ਆਫ ਕੰਟਰੈਕਟ ਹੈ ਉਹ ਕਿਸ ਨੇਚਰ ਦਾ ਹੈ, ਕਿਸ ਟਾਈਪ ਦਾ ਹੈ? ਸੋ ਇਹ ਇੱਕ ਸਿਵਲ ਲਾਅ ਹੈ. ਹੁਣ ਕੰਟਰੈਕਟ ਦੇ ਹੀ ਇੱਕ ਦੋ ਕੁਐਸਚਨ ਦੇਖਾਂਗੇ ਆਪਾਂ ਅੱਗੇ. ਕਹਿੰਦੇ ਜਦੋਂ ਕਿਸੇ ਦਾ ਆਫਰ ਦੂਜੀ ਪਾਰਟੀ ਮੰਨ ਲਵੇ ਤਾਂ ਉਹ ਕੀ ਬਣਦਾ? ਸੋ ਉਹ ਬਣ ਜਾਂਦਾ ਪ੍ਰੋਮਿਸ. ਨੈਕਸਟ which one of the among is not an essential in the formation of contract? ਸੋ ਕੰਟਰੈਕਟ ਬਣਾਉਣ ਦੇ ਲਈ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਜ਼ਰੂਰੀ ਨਹੀਂ ਹੈ? ਸੋ ਡੈਮੇਜਸ ਕੋਈ ਜ਼ਰੂਰੀ ਨਹੀਂ ਹੈ, ਆਪਾਂ ਆਫਰ ਵੀ ਹੋਣਾ ਚਾਹੀਦਾ, ਆਫਰ ਬੰਦਾ ਦੂਜਾ ਐਕਸੈਪਟ ਕਰੇ, ਤੇ ਵਿੱਚ ਕੋਈ ਕੰਸੀਡਰੇਸ਼ਨ, ਚਾਹੇ ਕੋਈ ਮੋਨੇਟਰੀ ਕੰਸੀਡਰੇਸ਼ਨ ਹੈ ਚਾਹੇ ਕੋਈ ਹੋਰ ਆ ਕੰਸੀਡਰੇਸ਼ਨ, ਕੋਈ ਮਤਲਬ ਕੋਈ ਰੀਜ਼ਨ ਹੋਣਾ ਚਾਹੀਦਾ ਤੁਹਾਡੇ ਕੰਟਰੈਕਟ ਦਾ, ਤੇ ਉਹ ਇੱਕ ਲੀਗਲ ਕੰਸੀਡਰੇਸ਼ਨ ਹੋਣੀ ਚਾਹੀਦੀ ਹੈ. ਇਹ ਨਹੀਂ ਕਿ ਤੁਸੀਂ ਕਿਸੇ ਦੇ ਨਾਲ ਨਸ਼ਾ ਵੇਚਣ ਦੇ ਲਈ ਕੰਟਰੈਕਟ ਬਣਾ ਰਹੇ ਹੋ, ਉਹ ਕੰਟਰੈਕਟ ਇਨਵੈਲਿਡ void ਕੰਟਰੈਕਟ ਹੋਊਗਾ. ਸੋ ਨੈਕਸਟ ਆਪਣਾ ਉਹੀ ਆ ਗਿਆ ਕਿ void ਅਗਰੀਮੈਂਟ ਦਾ ਕੀ ਮਤਲਬ ਆ? void agreement ਦਾ ਮਤਲਬ ਹੈ ਜਿਹਨੂੰ law ਲਾਗੂ ਨਹੀਂ ਕਰਦਾ, agreement not enforceable by law. ਕਹਿੰਦੇ ਇਹ ਜਿਹਾ ਕੰਟਰੈਕਟ ਜਿਹਦੇ ਵਿੱਚ ਇੱਕ ਪਾਰਟੀ ਮਾਈਨਰ ਹੋਵੇ, 18 ਸਾਲ ਤੋਂ ਛੋਟੀ ਹੋਵੇ, ਤਾਂ ਜਿਹੜਾ ਉਹ ਕੰਟਰੈਕਟ ਹੈ ਉਹ void ab initio, ਸਟਾਰਟਿੰਗ ਤੋਂ ਹੀ void ab initio ਦਾ ਮਤਲਬ ਹੁੰਦਾ ਹੈ ਜਦੋਂ ਤੋਂ ਕੰਟਰੈਕਟ ਸਟਾਰਟ ਕੀਤਾ ਉਦੋਂ ਤੋਂ ਹੀ ਉਹ ਇਨਵੈਲਿਡ ਹੈ, ਇੱਕ ਰੱਦ ਕੰਟਰੈਕਟ ਹੈ. ਨੈਕਸਟ ਹੈ 26ਵਾਂ, ਟॉर्ट इज अ स्पीसीज ऑफ. ਟॉर्ट ਕਿਸ ਤਰ੍ਹਾਂ ਦਾ ਸਪੀਸੀਜ਼ ਹੈ? ਸੋ ਇਹ ਇੱਕ ਸਿਵਲ ਰੋਂਗ ਹੈ. ਜੇ ਆਪਾਂ ਕੋਈ ਸਿਵਲ ਗਲਤੀ ਕਰਦੇ ਹਾਂ, ਕੋਈ ਨੈਗਲੀਜੈਂਸ ਹੋ ਗਈ, ਜਾਂ ਆਪਾਂ ਕਿਸੇ ਆਪਣੇ ਨੇਬਰਹੁੱਡ, ਆਪਣੇ ਕਿਸੇ ਗਵਾਂਢੀਆਂ ਨੂੰ ਡਿਸਟਰਬੈਂਸ ਕ੍ਰੀਏਟ ਕਰ ਰਹੇ ਹਾਂ, ਸੋ ਜਿਹੜੇ ਐਦਾਂ ਦੇ ਕ੍ਰਾਈਮ ਹੁੰਦੇ ਨੇ ਉਹ ਹੁੰਦੇ ਨੇ ਸਿਵਲ ਰੋਂਗ ਕੈਟੇਗਰੀ ਦੇ. ਨੈਕਸਟ ਹੈ ਲਾਅ ਆਫ ਟॉर्ट्स has largely developed through. So law of torts ਹੈ ਜਿਹੜਾ ਇਹ ਜੱਜਿਸ ਦੇ ਅਲੱਗ-ਅਲੱਗ ਤਰ੍ਹਾਂ ਦੇ ਡਿਸੀਜਨਸ ਵਿੱਚੋਂ ਨਿਕਲ ਕੇ ਆਇਆ ਹੈ, ਇੱਕ ਜੁਡੀਸ਼ੀਅਲ ਡਿਸੀਜਨ ਬੇਸਡ ਲਾਅ ਹੈ. ਨੈਕਸਟ ਕਹਿੰਦੇ ਹੁਣ ਲਾਅ ਆਫ ਟॉर्ट ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਸੋ ਇਹਦੇ ਅੰਦਰ ਆਉਂਦੀਆਂ ਨੇ ਇਹ ਸਾਰੀਆਂ ਚੀਜ਼ਾਂ. ਜੇ ਆਪਾਂ ਕਿਸੇ ਨੂੰ ਕੁਝ ਗਲਤ ਬੋਲਦੇ ਆ, ਆਪਾਂ ਕੋਈ ਕੰਮ ਕਰਨਾ ਸੀ ਪਰ ਉਹ ਕੀਤਾ ਨਹੀਂ, ਨੈਗਲੀਜੈਂਸ ਹੋ ਗਈ. ਨੈਕਸਟ ਹੈ ਟ੍ਰੈਸਪਾਸ,
अपना कोई कुत्ता है, कोई जानवर, कोई होर अपने पेट डॉग है, पेट कैट है, ਕਿਸੇ ਦੇ ਘਰੇ ਚਲੀ ਜਾਂਦੀ ਹੈ ਤੇ ਉਹਨਾਂ ਦੇ ਘਰੇ ਜਾ ਕੇ ਕੋਈ ਨੁਕਸਾਨ ਕਰਦੀ ਹੈ, ਤਾਂ ਜਿਹੜੇ ਏਦਾਂ ਦੇ ਕੇਸਿਸ ਨੇ ਉਹ ਸਾਰੇ ਟੌਰਟਸ ਡੀਲ ਕਰਦਾ ਹੈ। ਨੈਕਸਟ ਹੈ ਇਨ ਟੌਰਟ ਦ ਰੈਮੇਡੀ ਇਜ਼, ਕਹਿੰਦੇ ਟੌਰਟ ਦੇ ਵਿੱਚ ਜਿਹੜੀ ਰੈਮੇਡੀ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਅਨਲਿਕੁਇਡੇਟਿਡ ਡੈਮੇजेस। ਸੋ ਡਿਪੈਂਡ ਕਰਦਾ ਵੀ ਕਿਸ ਅਮਾਉਂਟ ਦਾ ਤੁਹਾਡਾ ਨੁਕਸਾਨ ਹੋਇਆ ਹੈ। ਸੋ ਔਨ ਦੀ ਸਪੌਟ ਜਿਹੜਾ ਜੱਜ ਹੈ ਉਹ ਕੈਲਕੂਲੇਟ ਕਰਕੇ ਤੁਹਾਨੂੰ ਡੈਮੇजेस ਦਿੰਦਾ ਹੈ। ਉਸ ਤੋਂ ਬਾਅਦ ਹੈ when master is held liable for wrong act of servant, ਕਹਿੰਦੇ ਜਦੋਂ ਕੋਈ ਇੱਕ ਮਾਸਟਰ ਆਪਣੇ ਜਿਹੜਾ ਸਰਵੈਂਟ ਹੈ ਉਹਦੇ ਅੰਦਰ ਕੰਮ ਕਰ ਰਿਹਾ ਹੈ, ਉਹਦੀ ਗਲਤੀ ਦੇ ਲਈ ਮਾਸਟਰ ਨੂੰ ਜਿਹੜਾ ਲਾਇਬਲ ਕੀਤਾ ਜਾਵੇ, ਉਹਨੂੰ ਬਲੇਮ ਦਿੱਤਾ ਜਾਵੇ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਵਿਕੇਰੀਅਸ ਲਾਇਬਿਲਿਟੀ। ਜਿੱਥੇ ਮਾਸਟਰ ਆਪਣੇ ਸਰਵੈਂਟ ਦੀਆਂ ਜਿਹੜੀਆਂ ਗਲਤੀਆਂ ਨੇ, ਰੋਂਗਫੁਲ ਐਕਟ ਨੇ, ਉਹਨਾਂ ਦੇ ਲਈ ਲਾਇਬਲ, ਉਹਨਾਂ ਦੇ ਲਈ ਦੋਸ਼ੀ ਠਹਿਰਾਇਆ ਜਾਵੇ। ਨੈਕਸਟ ਹੁਣ ਆਪਾਂ ਕੰਪਨੀ ਲਾਅ ਬਾਰੇ ਵੀ ਥੋੜਾ ਦੇਖ ਲੈਂਦੇ ਆ। ਸੋ ਕਹਿੰਦੇ ਜਿਹੜਾ ਫਰਸਟ ਕਲੌਜ਼ ਹੁੰਦਾ ਹੈ ਮੈਮੋਰੈਂਡਮ ਆਫ ਐਸੋਸੀਏਸ਼ਨ, ਇੱਕ ਕੰਪਨੀ ਜਦੋਂ ਤਿਆਰ ਕਰਨੀ ਹੁੰਦੀ ਹੈ ਤਾਂ ਕੁਝ ਕਾਗਜ਼ ਪੱਤਰ ਤਿਆਰ ਕਰਨੇ ਹੁੰਦੇ ਨੇ। ਸੋ ਇੱਕ ਹੈ ਜਿਵੇਂ ਮੈਮੋਰੈਂਡਮ, ਇੱਕ ਹੁੰਦੇ ਨੇ ਆਰਟੀਕਲਸ। ਕਹਿੰਦੇ ਜਿਹੜਾ ਮੈਮੋਰੈਂਡਮ ਆਫ ਐਸੋਸੀਏਸ਼ਨ ਦਾ ਪਹਿਲਾ ਕਲੌਜ਼ ਹੈ ਉਹਦੇ ਵਿੱਚ ਕੀ ਹੁੰਦਾ, ਉਹਦੇ ਚ ਹੁੰਦਾ ਵੀ ਤੁਸੀਂ ਆਪਣੀ ਜਿਹੜੀ ਕੰਪਨੀ ਸ਼ੁਰੂ ਕਰਨ ਜਾ ਰਹੇ ਹੋ ਉਹਦਾ ਨਾਮ ਕੀ ਰੱਖਣਾ ਹੈ। ਸੋ ਤੁਸੀਂ ਬਸ ਇੰਨਾ ਯਾਦ ਰੱਖੋ ਵੀ ਫਰਸਟ ਕਲੌਜ਼ ਦੇ ਵਿੱਚ ਨੇਮ ਹੈ। ਨੈਕਸਟ ਕਹਿੰਦੇ ਕੰਪਨੀ ਦੇ ਜੋ ਵੀ ਰੂਲਸ ਨੇ, ਰੈਗੂਲੇਸ਼ਨਸ ਨੇ, ਉਹਦੇ ਕਿਹੜੇ ਬੋਰਡ ਆਫ ਮੈਂਬਰ ਹੋਣਗੇ, ਉਹਦੀ ਮੈਨੇਜਮੈਂਟ ਕਿਵੇਂ ਚੱਲਣੀ ਹੈ, ਇਹ ਸਾਰਾ ਕੁਝ ਕਿੱਥੇ ਹੁੰਦਾ ਹੈ, ਇਹ ਕੰਪਨੀ ਦੇ ਆਰਟੀਕਲਸ ਆਫ ਐਸੋਸੀਏਸ਼ਨ ਵਿੱਚ ਲਿਖਿਆ ਹੁੰਦਾ ਹੈ। ਨੈਕਸਟ ਹੈ 33rd, ਕਹਿੰਦੇ ਜੇ ਕੌਣ ਹੈ ਜਿਹੜਾ ਇੱਕ ਕੰਪਨੀ ਦੇ ਪੂਰੇ ਕੰਮ ਨੂੰ, ਮੈਨੇਜਮੈਂਟ ਨੂੰ ਸਭ ਤੋਂ ਜ਼ਿਆਦਾ ਸੁਪਰੀਮ, ਮਤਲਬ ਜਿਹਦਾ ਸਾਰਿਆਂ ਉੱਤੇ ਹਾਈਐਸਟ ਕੰਟਰੋਲ ਹੈ, ਸਾਰੇ ਮੈਨੇਜਮੈਂਟ ਨੂੰ ਦੇਖਦਾ ਕੰਪਨੀ ਦੇ ਅੰਦਰ, ਉਹ ਹੈ ਕੰਪਨੀ ਦੇ ਬੋਰਡ ਆਫ ਡਾਇਰੈਕਟਰ। ਨੈਕਸਟ ਕਹਿੰਦੇ ਜੇ ਆਪਾਂ ਪ੍ਰਾਈਵੇਟ ਕੰਪਨੀ ਦੀ ਗੱਲ ਕਰੀਏ ਤਾਂ ਉਹਦੇ ਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ, ਸੋ 200 ਮੈਂਬਰ ਹੋ ਸਕਦੇ ਨੇ ਪ੍ਰਾਈਵੇਟ ਕੰਪਨੀ ਚ। ਸੋ ਨੈਕਸਟ ਇਜ਼ 35th, ਕਹਿੰਦੇ IPC, ਸਭ ਤੋਂ ਪਹਿਲਾਂ ਤੁਸੀਂ IPC ਦਾ ਜਿਹੜਾ ਈਅਰ ਹੈ 1860 ਇੰਡੀਅਨ ਪੀਨਲ ਕੋਡ ਦਾ, ਇਹ ਯਾਦ ਰੱਖਣਾ ਹੈ। ਸੋ ਇਹਦੇ ਅੰਦਰ ਵੋਲੰਟੈਰਲੀ ਹੁੰਦਾ ਕਿ ਆਪਣੀ ਮਰਜ਼ੀ ਦੇ ਨਾਲ ਜਦੋਂ ਆਪਾਂ ਕੋਈ ਕ੍ਰਾਈਮ ਕਰਦੇ ਆ ਬਿਨਾਂ ਕਿਸੇ ਦੇ ਦਬਾਅ ਤੋਂ। ਸੋ ਕਹਿੰਦੇ ਇਹਦੇ ਬਾਰੇ ਕਿੱਥੇ ਡੈਫੀਨੇਸ਼ਨ ਦਿੱਤੀ ਹੋਈ ਹੈ, ਸੋ ਇਹਦੀ ਦੱਸੀ ਹੋਈ ਹੈ ਸੈਕਸ਼ਨ 39 ਦੇ ਅੰਦਰ। ਨੈਕਸਟ ਕਹਿੰਦੇ ਕੋਈ ਵੀ ਕ੍ਰਿਮੀਨਲ ਪ੍ਰੋਸੀਡਿੰਗ ਹੈ ਤਾਂ ਆਪਾਂ ਕੀ ਮੰਨ ਕੇ ਚੱਲਦੇ ਆ, ਸੋ ਲਾਅ ਕਿਸ ਚੀਜ਼ ਤੋਂ ਸ਼ੁਰੂਆਤ ਕਰਦਾ ਹੈ, ਸੋ ਲਾਅ ਇਸ ਚੀਜ਼ ਤੋਂ ਸ਼ੁਰੂਆਤ ਕਰਦਾ ਹੈ ਕਿ ਆਪਾਂ ਨੇ ਜਦੋਂ ਤੱਕ ਕਿਸੇ ਦਾ ਕ੍ਰਾਈਮ, ਉਹਦਾ ਗਿਲਟ ਪ੍ਰੂਵ ਨਹੀਂ ਹੋ ਜਾਂਦਾ, ਉਦੋਂ ਤੱਕ ਆਪਾਂ ਨੇ ਉਸ ਇਨਸਾਨ ਨੂੰ ਦੋਸ਼ੀ ਨਹੀਂ ਮੰਨਣਾ, ਆਪਾਂ ਨੇ ਇਨੋਸੈਂਟ, ਨਿਰਦੋਸ਼ ਮੰਨਣਾ। ਸੋ ਪ੍ਰਿਜ਼ੰਪਸ਼ਨ ਇਨ ਫੇਵਰ ਆਫ ਇਨੋਸੈਂਸ ਆਫ ਦ ਅਕਿਊਜ਼ਡ, ਆਪਸ਼ਨ B ਇਜ਼ ਦ ਰਾਈਟ ਆਂਸਰ। ਨੈਕਸਟ ਇਨੁਐਂਡੋ ਹੈ, ਕਹਿੰਦਾ ਜਿਹੜਾ ਉਹਦਾ ਲੀਗਲ ਟਰਮ, ਲਾਅ ਦੀ ਭਾਸ਼ਾ ਚ ਇਨੁਐਂਡੋ ਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਕਹਿੰਦੇ ਆਪਾਂ ਡੈਫੇਮੇਸ਼ਨ। 38th ਹੈ ਇਨ ਕੇਸ ਆਫ ਕਿਡਨੈਪਿੰਗ, ਇਹ ਆਪਾਂ ਆਲਰੇਡੀ ਵੈਸੇ ਕਰ ਚੁੱਕੇ ਹਾਂ, ਸੋ ਇਹ ਦੁਬਾਰਾ ਰਿਪੀਟ ਹੋ ਗਿਆ ਕੁਐਸਚਨ। ਸੋ ਕਿਡਨੈਪਿੰਗ ਦੇ ਵਿੱਚ ਜਿਹੜੀ ਮਾਈਨਰ ਦੀ ਕੰਸੈਂਟ ਹੈ ਕਿ ਉਹਦੀ ਹਾਂ ਨਾ, ਚਾਹੇ ਮਾਈਨਰ ਕੋਈ ਕਹਿ ਦੇਵੇ ਕਿ ਮੈਨੂੰ ਕਿਡਨੈਪ ਕਰਕੇ ਲੈ ਜਾਓ, ਕਹਿੰਦੇ ਉਹਦਾ ਇਹ ਮਤਲਬ ਨਹੀਂ ਹੈ ਕਿ ਜਿਹੜਾ ਕਿਡਨੈਪਰ ਹੈ ਉਹਨੂੰ ਸਜ਼ਾ ਨਹੀਂ ਹੋ। ਸੋ ਮਾਈਨਰ ਦੀ ਕੰਸੈਂਟ ਹੈਗੀ ਹੈ ਨਹੀਂ ਹੈਗੀ, ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ, ਇਟ ਇਜ਼ ਇਮੈਟੀਰੀਅਲ। ਨੈਕਸਟ 39 ਹੈ, ਕਹਿੰਦੇ ਲਾਅ ਦੀ ਭਾਸ਼ਾ ਚ permanent dispossession of the sight of either eye would amount to, ਜੇ ਤੁਸੀਂ ਕਿਸੇ ਦੀ ਅੱਖ ਦੀ ਜਿਹੜੀ ਰੋਸ਼ਨੀ ਹੈ ਉਹ ਹਮੇਸ਼ਾ ਦੇ ਲਈ ਜਾ ਰਹੀ ਹੈ ਤੁਹਾਡੇ ਕਾਰਨ ਕਰਕੇ, ਤਾਂ ਤੁਸੀਂ ਇਸ ਚੀਜ਼ ਨੂੰ ਕਿਸ ਕੈਟੇਗਰੀ ਦੇ ਅੰਦਰ ਲੈ ਕੇ ਆਓਗੇ, ਸੋ ਇਹ ਹੋ ਗ੍ਰੀਵੀਅਸ ਹਰਟ। ਸੋ ਜੇ ਤੁਹਾਡੀ ਕਿਸੇ ਨਾਲ ਲੜਾਈ ਹੁੰਦੀ ਹੈ ਤੇ ਤੁਸੀਂ ਉਸ ਇਨਸਾਨ ਨੂੰ ਕੋਈ ਪੰਚ ਕਰਦੇ ਹੋ ਜਾਂ ਕੋਈ ਹੋਰ ਚੀਜ਼ ਮਾਰਦੇ ਹੋ ਕਿ ਉਹਦੀ ਹਮੇਸ਼ਾ ਦੇ ਲਈ ਪਰਮਾਨੈਂਟਲੀ ਆਈਸਾਈਟ ਚਲੀ ਜਾਵੇ, ਉਹਦੀ ਅੱਖ ਖਰਾਬ ਹੋ ਜਾਵੇ, ਤਾਂ ਉਸ ਚੀਜ਼ ਨੂੰ ਆਪਾਂ ਗ੍ਰੀਵੀਅਸ ਹਰਟ ਦੇ ਅੰਦਰ ਲੈ ਕੇ ਜਾਵਾਂਗੇ। 40th ਹੈ, ਕਹਿੰਦੇ ਕੋਈ ਵੀ ਕ੍ਰਿਮੀਨਲ ਕਨਸਪੀਰੇਸੀ, ਕੋਈ ਛੜਯੰਤਰ ਰਚਨਾ ਆਪਾਂ ਨੇ ਕ੍ਰਿਮੀਨਲ ਨੇਚਰ ਦਾ, ਉਹਦੇ ਲਈ ਘੱਟ ਤੋਂ ਘੱਟ ਮਿਨੀਮਮ ਕਿੰਨੇ ਬੰਦੇ ਚਾਹੀਦੇ ਨੇ, ਸੋ ਕਨਸਪੀਰੇਸੀ ਰਚਨ ਦੇ ਲਈ ਮਿਨੀਮਮ 2 ਬੰਦੇ ਚਾਹੀਦੇ ਨੇ। 41 is a hostile witness is, ਸੋ ਹੋਸਟਾਈਲ ਵਿਟਨੈਸ ਉਹ ਹੁੰਦਾ ਜਿਹੜਾ ਮੁੱਕਰ ਜਵੇ, ਔਨ ਦਾ ਸਪੌਟ ਜੱਜ ਦੇ ਸਾਹਮਣੇ ਜਾ ਕੇ ਗਵਾਹੀ ਦੇਣ ਤੋਂ ਮੁੱਕਰ ਜੇ। ਸੋ ਜਿਹੜਾ ਹੋਸਟਾਈਲ ਵਿਟਨੈਸ ਹੈ ਉਹਦੇ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾਂਦਾ, ਉਹ ਇੱਕ ਅਨਰਿਲਾਇਬਲ ਵਿਟਨੈਸ ਹੁੰਦਾ। ਸੋ ਆਪਸ਼ਨ D ਇਜ਼ ਦ ਰਾਈਟ ਆਂਸਰ, ਅਨਫੇਵਰੇਬਲ ਐਡਵਰਸ।
42nd है unlawful killing of a person by his friend acquaintance would be termed as genocide. So 42nd है कि ਕਿਸੇ ਨੂੰ ਜੇ ਆਪਾਂ ਉਹਦੀ ਬਿਨਾਂ ਕਿਸੇ ਮਤਲਬ ਤੋਂ ਵੈਸੇ ਹੀ ਬਿਨਾਂ ਕਿਸੇ ਰੀਜ਼ਨ ਤੋਂ ਕੋਈ ਉਹਦਾ ਦੋਸਤ ਜਾਂ ਕੋਈ ਵੀ ਹੋਰ ਉਹਦੇ ਨਾਲ ਦਾ ਘਰੋਂ ਬੰਦਾ ਉਹਨੂੰ ਮਾਰ ਦੇਵੇ ਤਾਂ ਕਹਿੰਦੇ ਉਹਨੂੰ ਆਪਾਂ ਜੈਨੋਸਾਈਡ ਕਹਿੰਦੇ ਆ ਸੋ ਇਹ ਗਲਤ ਹੈ ਉਹਨੂੰ ਆਪਾਂ ਕਹਿੰਦੇ ਆ ਹੋਮਿਸਾਈਡ। ਨੈਕਸਟ ਹੈ 43 to depart secretly and hide oneself means to ਕਹਿੰਦੇ ਚੁੱਪਚਾਪ ਕਿਸੇ ਜਗ੍ਹਾ ਤੋਂ ਚਲੇ ਜਾਣਾ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਭਗੌੜਾ abscond ਹੋਣਾ। ਸੋ 44th ਹੈ ਕਹਿੰਦੇ ਕਿਸੇ ਨੂੰ ਫੋਰਸਿਬਲੀ ਫੋਰਸ ਯੂਜ਼ ਕਰਕੇ ਧੱਕੇ ਦੇ ਨਾਲ ਤੁਸੀਂ ਕਿਸੇ ਇਨਸਾਨ ਨੂੰ ਉਹਦੀ ਮਰਜ਼ੀ ਤੋਂ ਬਿਨਾਂ ਕਿਤੇ ਹੋਰ ਲੈ ਕੇ ਜਾ ਰਹੇ ਹੋ ਤਾਂ ਇਸ ਚੀਜ਼ ਨੂੰ ਆਪਾਂ ਲਾਅ ਦੇ ਵਿੱਚ ਕਹਾਂਗੇ ਐਬਡਕਸ਼ਨ। Next है 45th. Which of the following is a landmark judgment with respect to abolition of bonded labor? So ਕਹਿੰਦੇ ਜਿਹੜੀ ਬੰਧੂਆ ਮਜ਼ਦੂਰੀ ਹੁੰਦੀ ਸੀ ਉਹਨੂੰ ਖਤਮ ਕਰਨ ਦੇ ਲਈ ਕਿਹੜਾ ਇੱਕ ਇੰਪੋਰਟੈਂਟ ਕੇਸ ਆਇਆ ਸੀ ਜਿਹਦੇ ਤੋਂ ਬਾਅਦ ਇਸ ਚੀਜ਼ ਨੂੰ ਇੰਡੀਆ 'ਚ ਬਿਲਕੁਲ ਖਤਮ ਕਰਤਾ। ਸੋ ਉਹ ਕੇਸ ਹੈ ਆਪਸ਼ਨ A ਬੰਧੂਆ ਮੁਕਤੀ ਮੋਰਚਾ ਕੇਸ। नेक्स्ट क्वेश्चन बहुत ही ज्यादा इंपॉर्टेंट है the most important question from this whole topic। सो कहते जेड़ा मैक्सिम है ignorantia facie doth exist ignorantia juris non excused mean। सो कहते एदा मतलब है कि कोई भी इंसान ये नहीं कह सकता कि मैनू लॉ की जानकारी नहीं सी मैनू तो मर्डर पता ही नहीं कि 300 च हुंदा है किहदे च हुंदा। सो कहते कोई भी इंसान ਇਹ ਨਹੀਂ ਕਹਿ ਸਕਦਾ ਕਿ ਮੈਨੂੰ ਲਾਅ ਦੀ ਜਾਣਕਾਰੀ ਨਹੀਂ। ਸੋ ਇਸ ਚੀਜ਼ ਦਾ ਆਪਾਂ ਸਜ਼ਾ ਤੋਂ ਬਚਣ ਦੇ ਲਈ ਐਕਸਕਿਊਜ਼ ਨਹੀਂ ਲੈ ਸਕਦੇ। ਸੋ ignorance of fact excuses but ignorance of law does not excuse। ਤੁਸੀਂ ਇਹ ਕਹਿ ਸਕਦੇ ਹੋ ਕਿ ਮੈਨੂੰ ਤਾਂ ਸਿਚੁਏਸ਼ਨ ਦਾ ਨਹੀਂ ਸੀ ਪਤਾ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਲਾਅ ਦਾ ਨਹੀਂ ਸੀ ਪਤਾ। So 47th is generally under IPC nothing is an offence if it is done by child under dash years of age। ਕਹਿੰਦੇ ਕਿੰਨੀ ਮਿਨੀਮਮ ਉਮਰ ਦੱਸੀ ਹੈ ਵੀ ਜੇ ਬਾਈ ਚਾਂਸ ਉਨੀ ਉਮਰ ਤੋਂ ਨੀਚੇ ਵਾਲਾ ਬੱਚਾ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਆਪਾਂ ਕੋਈ ਸਜ਼ਾ ਨਹੀਂ ਦਵਾਂਗੇ। ਸੋ ਇਹ ਹੈ 7 years of age। ਨੈਕਸਟ ਹੈ 48th ਹੋਮਿਸਾਈਡ ਕੈਨ ਨੈਵਰ ਬੀ ਲॉफुल। ਇਹ ਸਟੇਟਮੈਂਟ ਸਹੀ ਹੈ ਕਿ ਗਲਤ ਹੈ? ਇਹ ਸਟੇਟਮੈਂਟ ਰੋਂਗ ਹੈ। ਆਪਸ਼ਨ B ਇਜ਼ ਦ ਰਾਈਟ ਆਂਸਰ। ਨੈਕਸਟ ਹੈ ਦ ਲਾਅ ਕਮਿਸ਼ਨ ਫਰੇਮ ਡੈਸ਼ ਰਿਪੋਰਟ reiterated the need to treat juvenile with care not punishment। ਸੋ ਕਹਿੰਦੇ ਲਾਅ ਕਮਿਸ਼ਨ ਦੀ ਕਿੰਨਵੀਂ ਰਿਪੋਰਟ ਦੇ ਵਿੱਚ ਇਹ ਲਿਖਿਆ ਵੀ ਜਿਹੜੇ ਜੁਵੀਨਾਈਲ ਨੇ ਜਿਵੇਂ 18 ਤੋਂ ਕੋਈ ਨੀਚੇ ਵਾਲੇ ਨੇ 16 ਤੋਂ ਨੀਚੇ ਵਾਲੇ ਨੇ ਹੁਣ ਉਹਨਾਂ ਨੂੰ ਆਪਾਂ ਨੇ ਸਜ਼ਾ ਨਹੀਂ ਦੇਣੀ ਉਹਨਾਂ ਨੂੰ ਪ੍ਰੋਟੈਕਸ਼ਨ ਸੈਂਟਰ 'ਚ ਪਾ ਕੇ ਉਹਨਾਂ ਦੀ ਆਪਾਂ ਨੇ ਰਿਹੈਬਿਲਿਟੇਸ਼ਨ ਕਰਨੀ ਹੈ ਉਹਨਾਂ ਨੂੰ ਆਪਾਂ ਨੇ ਉਸ ਕ੍ਰਾਈਮ ਦੀ ਜ਼ਿੰਦਗੀ 'ਚੋਂ ਬਾਹਰ ਕੱਢਣਾ ਹੈ। ਸੋ ਇਹ ਦੱਸਿਆ ਹੋਇਆ ਹੈ 42nd ਰਿਪੋਰਟ ਆਫ ਲਾਅ ਕਮਿਸ਼ਨ। 50th ਕੁਐਸਚਨ ਹੈ ਕਹਿੰਦੇ ਮਰਡਰ ਦੇ ਨਾਲ ਕਿਹੜਾ ਸੈਕਸ਼ਨ ਹੈ ਆਈਪੀਸੀ ਦਾ ਜਿਹੜਾ ਡੀਲ ਕਰਦਾ। ਸੋ ਉਹ ਹੈ ਸੈਕਸ਼ਨ 300। 51 consent obtained in a case of sexual intercourse by means of fear of death or hurt does not constitute rape। ਕਹਿੰਦੇ ਜੇ ਕਿਸੇ ਨੂੰ ਤੁਸੀਂ ਡਰਾ ਧਮਕਾ ਕੇ ਉਹਨੂੰ ਕੋਈ ਮਾਰਨ ਦੀ ਧਮਕੀ ਦੇ ਕੇ ਉਹਦੇ ਨਾਲ ਰੇਪ ਕਰ ਰਹੇ ਹੋ ਤੇ ਉਹਦੀ ਕੰਸੈਂਟ ਲੈ ਰਹੇ ਹੋ ਉਹ ਤੁਹਾਨੂੰ ਕੋਈ ਮਨਾ ਨਹੀਂ ਕਰ ਰਹੇ ਪਰ ਤੁਸੀਂ ਉਹਨੂੰ ਡਰਾਇਆ ਹੋਇਆ। ਸੋ ਕਹਿੰਦੇ ਕੀ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਕੀ ਇਹਨੂੰ ਰੇਪ ਮੰਨਿਆ ਜਾਊ ਜਾਂ ਨਹੀਂ। ਇਹਨੂੰ ਬਿਲਕੁਲ ਰੇਪ ਮੰਨਿਆ ਜਾਊ ਚਾਹੇ ਤੁਸੀਂ ਕਿਸੇ ਨੂੰ ਡਰਾ ਕੇ ਤੁਸੀਂ ਕਿਸੇ ਨਾਲ ਉਹਦੀ ਮਰਜ਼ੀ ਦੇ ਖਿਲਾਫ ਉਹਨੂੰ ਕੋਈ ਜ਼ਿਆਦਾ ਹਰਟ ਕਰਨ ਦੇ ਲਈ ਉਹਨੂੰ ਤੁਸੀਂ ਮੌਤ ਦਾ ਡਰ ਦੇ ਰਹੇ ਹੋ ਫਿਰ ਉਹਦੇ ਨਾਲ ਰੇਪ ਕਰ ਰਹੇ ਹੋ ਤਾਂ ਇਹ ਚੀਜ਼ ਨੂੰ ਰੇਪ ਕਿਹਾ ਜਾਊਗਾ ਇਹਦੀ ਸਜ਼ਾ ਤੁਹਾਨੂੰ ਮਿਲੂਗੀ। ਸੋ ਇਹ ਸਿਚੁਏਸ਼ਨ ਗਲਤ ਹੈ। ਨੈਕਸਟ ਹੈ 52nd a person who helps someone else commit a crime। ਕਹਿੰਦੇ ਜਿਹੜਾ ਬੰਦਾ ਕਿਸੇ ਹੋਰ ਦੀ ਮਦਦ ਕਰਦਾ ਕ੍ਰਾਈਮ ਕਰਨ ਦੇ ਵਿੱਚ ਉਹਨੂੰ ਆਪਾਂ ਲਾਅ ਦੀ ਭਾਸ਼ਾ ਦੇ ਵਿੱਚ ਅਕੰਪਲਿਸ ਕਹਿੰਦੇ ਆ ਜੋੜੀਦਾਰ ਮਤਲਬ ਉਹਦਾ ਵੀ ਓਨਾ ਹੀ ਹੱਥ ਹੈ ਕਿਸੇ ਵੀ ਕ੍ਰਾਈਮ ਦੇ ਵਿੱਚ। ਨੈਕਸਟ ਹੈ ਕਹਿੰਦੇ ਜਿਹੜਾ ਚੈਪਟਰ 20 ਹੈ ਆਈਪੀਸੀ ਦਾ ਉਹਦੇ ਵਿੱਚ ਸਾਰੇ offense ਨੇ ਜਿਹੜੇ ਉਹ ਆਲਮੋਸਟ ਸੇਮ ਨੇ ਜਿਹੜੇ ਮੈਰਿਜ ਨਾਲ ਰਿਲੇਟਡ ਨੇ ਸਿਰਫ ਇੱਕ ਐਕਸੈਪਸ਼ਨ ਹੈ ਸੋ ਉਹ ਹੈ ਇਨਫਿਡਿਲਿਟੀ। ਨੈਕਸਟ ਹੈ 54 offense of theft can only be against ਜਿਹੜਾ ਚੋਰੀ ਹੈ ਕਹਿੰਦੇ ਉਹ ਸਿਰਫ ਮੂਵੇਬਲ ਪ੍ਰੋਪਰਟੀ ਦੇ ਅਗੇਂਸਟ ਹੋ ਸਕਦੀ ਹੈ ਜਿਹੜੀ ਪ੍ਰੋਪਰਟੀ ਨੂੰ ਤੁਸੀਂ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕਦੇ ਹੋ।
ਨੈਕਸਟ ਕਹਿੰਦੇ ਜੇ ਤੁਸੀਂ 15 ਸਾਲ ਤੋਂ ਛੋਟੀ ਕੁੜੀ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਕੀਤਾ ਹੈ, ਚਾਹੇ ਤੁਸੀਂ ਉਹਦੀ ਮਰਜ਼ੀ ਨਾਲ ਕੀਤਾ ਹੈ, ਤਾਂ ਉਸ ਚੀਜ਼ ਨੂੰ ਰੇਪ ਮੰਨਿਆ ਜਾਊਗਾ। ਨੈਕਸਟ ਕਹਿੰਦੇ ਜਦੋਂ 2 ਜਾਂ 2 ਤੋਂ ਜ਼ਿਆਦਾ ਬੰਦੇ ਕੋਈ ਵੀ ਇਲੀਗਲ ਕੋਈ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਡਿਸੀਜਨ ਲੈਣ ਡਿਸਾਈਡ ਕਰਨ, ਤਾਂ ਆਪਾਂ ਲਾਅ ਦੇ ਅੰਦਰ ਉਸ ਚੀਜ਼ ਨੂੰ ਕ੍ਰਿਮੀਨਲ ਕਨਸਪੀਰੇਸੀ ਕਹਿੰਦੇ ਆ। ਤੇ ਆਪਾਂ ਨੇ ਪਹਿਲਾਂ ਪੜਿਆ ਇੱਕ ਕੁਐਸਚਨ ਕਿ ਘੱਟ ਤੋਂ ਘੱਟ ਮਿਨੀਮਮ 2 ਬੰਦੇ ਚਾਹੀਦੇ ਨੇ ਫॉर ਕ੍ਰਿਮੀਨਲ ਕਨਸਪੀਰੇਸੀ। ਨੈਕਸਟ ਹੈ ਕਹਿੰਦੇ ਜਿਹੜੇ ਵੀ ਕੋਈ ਆਫੈਂਸ ਪਬਲਿਕ ਟ੍ਰੈਂਕੁਇਲਿਟੀ ਹੁੰਦੀ ਹੈ ਕਿ ਕੋਈ ਪੀਸ ਵਗੈਰਾ ਸ਼ਾਂਤੀ ਵਗੈਰਾ ਭੰਗ ਕਰਨ ਦੇ ਲਈ ਜੇ ਕੋਈ ਐਦਾਂ ਦੇ ਆਫੈਂਸ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਆਪਾਂ ਗਰੁੱਪ ਆਫੈਂਸਿਸ ਜਾਂ ਫਿਰ ਅਨਲॉफुल ਅਸੈਂਬਲੀ ਦਾ ਨਾਮ ਦਿੰਦੇ ਆ। 58 ਪ੍ਰੋਸੀਕਿਊਸ਼ਨ ਮੀਨ ਬਹੁਤ ਜ਼ਿਆਦਾ ਇੰਪੋਰਟੈਂਟ ਟਰਮ ਹੈ, ਲਾਅ ਦੀ ਸਭ ਤੋਂ ਇੰਪੋਰਟੈਂਟ ਟਰਮ। ਸੋ ਪ੍ਰੋਸੀਕਿਊਸ਼ਨ ਦਾ ਮਤਲਬ ਆ ਜਦੋਂ ਤੁਸੀਂ ਕਿਸੇ ਉੱਤੇ ਕ੍ਰਿਮੀਨਲ ਚਾਰਜ ਲਗਾ ਕੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅੱਗੇ ਉਹਨੂੰ ਖੜਾ ਕਰਦੇ ਹੋ। ਨੈਕਸਟ ਹੈ ਕਹਿੰਦੇ ਕ੍ਰਾਈਮ ਨੂੰ ਕਰਨ ਦੇ ਲਈ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਸੋ ਕਿਸੇ ਵੀ ਕ੍ਰਾਈਮ ਨੂੰ ਕਰਨ ਦੇ ਲਈ ਉਸ ਕ੍ਰਾਈਮ ਨੂੰ ਕਰਨ ਦੀ ਮੋਟਿਵ ਹੋਣਾ ਚਾਹੀਦਾ ਹੈ, ਤੁਹਾਡਾ ਮੈਂਟਲ ਐਲੀਮੈਂਟ ਮੈਂਜ਼ਰੀਆ ਹੁੰਦਾ ਤੁਹਾਡਾ ਦਿਮਾਗ ਮੈਂਟਲੀ ਉਸ ਕ੍ਰਾਈਮ ਨੂੰ ਕਰਨ ਲਈ ਹੋਣਾ ਚਾਹੀਦਾ ਹੈ। ਐਕਟਸ ਰੀਅਸ ਤੁਸੀਂ ਕੋਈ ਇਹੋ ਜਿਹਾ ਐਕਸ਼ਨ ਕਰੋ ਜਿਹੜਾ ਕਿ ਪ੍ਰੂਵ ਕਰੇ ਕਿ ਤੁਸੀਂ ਕ੍ਰਾਈਮ ਕੀਤਾ ਹੈ। ਨੈਕਸਟ ਹੈ ਹੋਮੀਸਾਈਡ ਕਹਿੰਦੇ ਲਾਅ ਦੀ ਭਾਸ਼ਾ ਦੇ ਵਿੱਚ ਹੋਮੀਸਾਈਡ ਦਾ ਕੀ ਮਤਲਬ ਹੈ। ਹੋਮੀਸਾਈਡ ਦਾ ਮਤਲਬ ਹੈ ਜਦੋਂ ਇੱਕ ਹਿਊਮਨ ਬੀਇੰਗ ਨੂੰ ਇੱਕ ਇਨਸਾਨ ਨੂੰ ਦੂਜਾ ਇਨਸਾਨ ਮਾਰੇ। ਸੋ ਹੁਣ ਆ ਗਏ ਕੁਝ ਇੰਪੋਰਟੈਂਟ ਕੇਸਿਸ। ਸੋ ਵਿਦਿਆਵਤੀ ਵਰਸਸ ਸਟੇਟ ਆਫ ਰਾਜਸਥਾਨ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੈਂਡਮਾਰਕ ਡਿਸੀਜਨ ਹੈ। ਇਹਦੇ ਵਿੱਚ ਵਿਕੇਰੀਅਸ ਲਾਇਬਿਲਿਟੀ ਆਫ ਸਟੇਟ ਬਾਰੇ ਗੱਲ ਕੀਤੀ ਸੀ। ਨੈਕਸਟ ਹੈ ਬਹੁਤ ਇੰਪੋਰਟੈਂਟ ਬਹੁਤ ਹੀ ਇੰਟਰਸਟਿੰਗ ਜੀ ਐਕਸੈਪਸ਼ਨ ਹੈ। ਕਹਿੰਦੇ ਸੁਪਰੀਮ ਕੋਰਟ ਨੇ ਇਹ ਕਿਸ ਕੇਸ ਦੇ ਵਿੱਚ ਕਿਹਾ ਸੀ ਕਿ ਬੇਲ ਇਜ਼ ਰੂਲ ਜੇਲ ਇਜ਼ ਐਕਸੈਪਸ਼ਨ, ਕਿ ਬੇਲ ਲੈਣੀ ਹਰ ਕਿਸੇ ਦਾ ਹੱਕ ਹੈ ਜੇ ਤੁਹਾਡਾ ਕੇਸ ਬੇਲੇਬਲ ਹੈ, ਜੇਲ੍ਹ 'ਚ ਜਾਣਾ ਇੱਕ ਐਕਸੈਪਸ਼ਨ ਹੈ। ਸੋ ਜੇ ਤੁਸੀਂ ਬਾਈ ਚਾਂਸ ਬੇਲ ਨਹੀਂ ਲੈ ਪਾ ਰਹੇ ਸਿਰਫ ਤੁਸੀਂ ਤਾਂ ਹੀ ਜੇਲ੍ਹ ਜਾਓਗੇ, ਅਦਰਵਾਈਜ਼ ਜੇ ਤੁਹਾਡਾ ਆਫੈਂਸ ਨਾਰਮਲ ਬੇਲੇਬਲ ਨੇਚਰ ਦਾ ਤੁਹਾਨੂੰ ਬੇਲ ਮਿਲ ਸਕਦੀ ਹੈ ਉਸ ਆਫੈਂਸ ਦੇ ਅੰਦਰ, ਤਾਂ ਤੁਹਾਨੂੰ ਬੇਲ ਲੈਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਸੋ ਇਹ ਕਿਹਾ ਗਿਆ ਸੀ ਮੋਤੀ ਰਾਮ ਵਰਸਸ ਸਟੇਟ ਆਫ MP ਕੇਸ 'ਚ। ਨੈਕਸਟ ਹੈ 63 ਕਹਿੰਦੇ ਐਂਟੀਸਪੇਟਰੀ ਬੇਲ ਲੈਣ ਦਾ ਜਿਹੜਾ ਪ੍ਰਿੰਸੀਪਲ ਹੈ ਉਹਦੀਆਂ ਗਾਈਡਲਾਈਨਸ ਨੇ ਰੂਲਸ ਨੇ ਉਹ ਕਿਹੜੇ ਕੇਸ ਦੇ ਵਿੱਚ ਲਿਖਿਆ ਨੇ। ਸੋ ਇਹ ਲਿਖਿਆ ਹੋਈਆਂ ਨੇ ਗੁਰਬਖਸ਼ ਸਿੰਘ ਵਰਸਸ ਸਟੇਟ ਆਫ ਪੰਜਾਬ। ਐਂਟੀਸਪੇਟਰੀ ਬੇਲ ਹੁੰਦੀ ਹੈ ਕਿ ਹਜੇ ਤੁਹਾਡੇ ਉੱਤੇ ਕਿਸੇ ਨੇ ਕੋਈ ਕੇਸ ਨਹੀਂ ਕੀਤਾ, ਕੋਈ FIR ਨਹੀਂ ਦਰਜ ਕਰਾਈ, ਤੁਹਾਨੂੰ ਲੱਗ ਰਿਹਾ ਪਹਿਲਾਂ ਹੀ ਤੁਸੀਂ ਐਂਟੀਸਿਪੇਟ ਕਰ ਲਿਆ ਕਿ ਸ਼ਾਇਦ ਉਹ ਬੰਦਾ ਮੇਰੇ ਉੱਤੇ FIR ਕਰਾ ਸਕਦਾ। ਸੋ ਤੁਸੀਂ ਆਪਣੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੋਰਟ ਵਿੱਚ ਪਹਿਲਾਂ ਹੀ ਐਂਟੀਸਿਪੇਟਰੀ ਬੇਲ ਪਾ ਦਿੰਦੇ ਹੋ। ਨੈਕਸਟ ਹੈ 64th ਸਰਲਾ ਮੁਦਗਲ ਪ੍ਰੈਜ਼ੀਡੈਂਟ ਕਲਿਆਣੇ ਵਰਸਸ ਸਟੇਟ ਆਫ ਇੰਡੀਆ ਇਸ ਕੇਸ ਔਨ ਵਿਚ ਆਫ ਦ ਫੋਲੋਇੰਗ। ਸੋ ਜਿਹੜਾ ਸਰਲਾ ਮੁਦਗਲ ਵਾਲਾ ਕੇਸ ਹੈ ਇਹ ਬਹੁਤ ਇੰਪੋਰਟੈਂਟ ਕੇਸ ਹੈ, ਇਹ ਹੈ ਰਿਲੇਟਡ ਟੂ ਬਾਈਗੇਮੀ। ਸੋ 2 ਵਿਆਹਾਂ ਵਾਲਾ ਜਿਹੜਾ ਕੇਸ ਹੈ ਉਹਦੇ ਲਈ ਇਹ ਇੰਪੋਰਟੈਂਟ ਡਿਸੀਜਨ ਲਿਆਂਦਾ ਗਿਆ ਸੀ। ਨੈਕਸਟ ਹੈ ਰੈਸ ਜੁਡੀਕਾਟਾ ਦਾ ਕੀ ਮਤਲਬ ਹੈ। ਸੋ ਸਿਵਲ ਲਾਅ ਦੀ ਜੇ ਗੱਲ ਕਰੀਏ CPC ਦੀ ਸਿਵਲ ਪ੍ਰੋਸੀਜਰ ਕੋਡ ਦੀ, ਉਹਦੀ ਇਹ ਬਹੁਤ ਇੰਪੋਰਟੈਂਟ ਟਰਮ ਹੈ। ਸੋ ਰੈਸ ਜੁਡੀਕਾਟਾ ਦਾ ਮਤਲਬ ਹੈ ਜੋ ਕੇਸ ਆਲਰੇਡੀ ਡਿਸਾਈਡ ਹੋ ਚੁੱਕਿਆ, ਅ ਮੈਟਰ ਆਲਰੇਡੀ ਐਡਜੂਡੀਕੇਟਡ। 66 ਹੈ where a person challenges a decree he shall challenge the same by file। ਜੇ ਕੋਈ ਕਿਸੇ ਸਿਵਲ ਕੋਰਟ ਦੇ ਕੇਸ ਨੂੰ ਡੀਕਰੀ ਨੂੰ ਚੈਲੰਜ ਕਰਨਾ ਚਾਹੁੰਦਾ, ਕੋਈ ਸੈਟੀਸਫਾਈ ਨਹੀਂ ਹੈ ਡਿਸੀਜਨ ਤੋਂ, ਤਾਂ ਉਹ ਉਸ ਦੇ ਲਈ ਇੱਕ ਅਪੀਲ ਫਾਈਲ ਕਰ ਸਕਦਾ ਹੈ ਅਪਰ ਕੋਰਟ ਦੇ ਵਿੱਚ। ਨੈਕਸਟ ਹੈ a dash is said to take place when high court calls for any record in any case decided by subordinate court and pass an appropriate order। ਸੋ ਕਹਿੰਦੇ ਕਈ ਵਾਰੀ ਕੀ ਹੁੰਦਾ ਜਿਹੜੀ ਹਾਈ ਕੋਰਟ ਆ ਉਹਨੂੰ ਇਹ ਲੱਗਦਾ ਵੀ ਕੋਈ ਇਹੋ ਜਿਹਾ ਡਿਸੀਜਨ ਹੈ, ਕੋਈ ਇਹੋ ਜਿਹਾ ਇੰਪੋਰਟੈਂਟ ਕੇਸ ਆ ਜਿਹੜਾ ਛੋਟੇ ਲੈਵਲ ਦੀ ਹਾਈ ਕੋਰਟ ਤੋਂ ਨੀਚੇ ਸਬਆਰਡੀਨੇਟ ਡਿਸਟ੍ਰਿਕਟ ਕੋਰਟ ਦੇ ਵਿੱਚ ਚੱਲ ਰਿਹਾ, ਪਰ ਹਾਈ ਕੋਰਟ ਚਾਹੁੰਦੀ ਹੈ ਕਿ ਉਹਨੂੰ ਮੈਂ ਆਪਦੇ ਕੋਲ ਲੈ ਕੇ ਆਵਾਂ ਤੇ ਉਹਦੇ ਤੇ ਇੱਕ ਸਹੀ ਡਿਸੀਜਨ ਦਵਾਂ। ਸੋ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਰੈਫਰੈਂਸ। ਜਦੋਂ ਹਾਈ ਕੋਰਟ ਆਪ ਕੋਈ ਛੋਟੀ ਕੋਰਟ ਦਾ ਜਿਹੜਾ ਕੇਸ ਆ ਉਹਦਾ ਪੂਰਾ ਰਿਕਾਰਡ ਆਪਣੇ ਕੋਲ ਮੰਗਾਵੇ। ਨੈਕਸਟ ਹੈ 68 ਕਹਿੰਦੇ ਕਿਹੜੇ ਆਰਟੀਕਲ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਹੈ ਉਹ ਭਾਰਤ ਦੀਆਂ ਸਾਰੀਆਂ ਕੋਰਟਸ ਦੇ ਉੱਤੇ ਬਾਈਂਡਿੰਗ ਹੈ, ਉਹਨਾਂ ਨੂੰ ਮੰਨਣਾ ਪਊ।
ਸੋ ਇਹ ਦਿੱਤਾ ਹੋਇਆ ਆਰਟੀਕਲ 141 ਆਫ ਇੰਡੀਅਨ ਕਨਸਟੀਟਿਊਸ਼ਨ। ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਵੀ ਬਹੁਤ ਇੰਪੋਰਟੈਂਟ ਹੈ, what is in camera proceeding। ਤੁਹਾਨੂੰ ਨਾਮ ਦੇਖ ਕੇ ਲੱਗ ਰਿਹਾ ਹੋਊਗਾ ਕਿ ਇਨ ਕੈਮਰਾ ਮਤਲਬ ਕਿ ਇਹਨੂੰ ਕੋਈ ਵੀ ਦੇਖ ਸਕਦਾ ਜਾਂ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ। ਸੋ ਇਨ ਕੈਮਰੇ ਪ੍ਰੋਸੀਡਿੰਗ ਦਾ ਮਤਲਬ ਹੈ ਸੀਕ੍ਰੇਟ, ਇਹ ਜੀ ਪ੍ਰੋਸੀਡਿੰਗ ਜਿਹੜੀ ਬੰਦ ਦਰਵਾਜ਼ਿਆਂ ਦੇ ਅੰਦਰ ਕੀਤੀ ਜਾਵੇ, ਜਿਹਦੇ ਵਿੱਚ ਜਨਰਲ ਪਬਲਿਕ ਨੂੰ, ਮੀਡੀਆ ਨੂੰ ਜਾਣ ਦਾ ਕੋਈ ਵੀ ਹੱਕ ਨਹੀਂ ਹੈ। So where the general public will not have access to particular room or building used by the court for that inquiry or trial। So 70th ਕਹਿੰਦੇ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹਦੇ ਵਿੱਚ ਇੱਕ ਮੇਨਟੇਨੈਂਸ ਨੂੰ ਲੈ ਕੇ ਕਿ ਜੇ ਕਿਸ ਦਾ ਡਿਵੋਰਸ ਵਗੈਰਾ ਹੁੰਦਾ ਜਾਂ ਕੋਈ ਜੁਡੀਸ਼ੀਅਲ ਸੈਪਰੇਸ਼ਨ ਆ ਤਾਂ ਇੱਕ ਜਿਹੜੀ ਵਾਈਫ ਹੈ ਉਹ ਮੇਨਟੇਨੈਂਸ ਦਾ ਇੱਕ ਪ੍ਰੋਸੀਜਰ ਚਲਾ ਸਕਦੀ ਹੈ। ਸੋ ਇੱਕ ਪ੍ਰੋਸੀਜਰਲ ਲਾਅ ਹੈ ਜਿਹੜਾ ਦੱਸਦਾ ਹੈ ਕਿ ਕਿਵੇਂ ਮੇਨਟੇਨੈਂਸ ਲਈ ਜਾ ਸਕਦੀ ਹੈ। ਨੈਕਸਟ ਹੈ 71, ਅ ਪੁਲਿਸ ਆਫਿਸਰ ਨਾਟ ਇਨ ਯੂਨੀਫਾਰਮ। ਕਹਿੰਦੇ ਬਿਨਾਂ ਯੂਨੀਫਾਰਮ ਤੋਂ ਜੇ ਸਿਵਲ ਵਰਦੀ ਦੇ ਵਿੱਚ ਕੋਈ ਪੁਲਿਸ ਆਫਿਸਰ ਹੈ ਤਾਂ ਕੀ ਉਹ ਕਿਸੇ ਬੰਦੇ ਨੂੰ ਅਰੈਸਟ ਕਰ ਸਕਦਾ ਹੈ? ਸੋ ਇਹਦਾ ਆਨਸਰ ਹੈ ਯੈਸ, ਹੀ ਕੈਨ ਅਰੈਸਟ ਅ ਪਰਸਨ। ਨੈਕਸਟ ਕਹਿੰਦੇ ਇੱਕ ਲੀਗਲ ਪ੍ਰੋਸੀਜਰ ਦਾ ਪ੍ਰੋਸੈਸ ਦਾ ਸਹੀ ਆਰਡਰ ਦੱਸੋ। ਸੋ ਇਹ ਹੈ ਆਪਸ਼ਨ ਏ। ਸੋ ਸਭ ਤੋਂ ਪਹਿਲਾਂ ਸੰਮਨ ਭੇਜੇ ਜਾਂਦੇ ਨੇ, ਜੇ ਸੰਮਨ ਤੇ ਨਹੀਂ ਬੰਦਾ ਆਉਂਦਾ ਫਿਰ ਵਾਰੰਟ ਹੁੰਦੇ ਨੇ ਅਰੈਸਟ ਦੇ। ਉਸ ਤੋਂ ਬਾਅਦ ਪ੍ਰੋਕਲੇਮ ਕੀਤਾ ਜਾਂਦਾ ਉਹਨੂੰ ਅਫੈਂਡਰ, ਉਹਨੂੰ ਇੱਕ ਤਰ੍ਹਾਂ ਨਾਲ ਭਗੌੜਾ ਕਰਾਰ ਦਿੱਤਾ ਜਾਂਦਾ ਹੈ। ਫਿਰ ਜੋ ਫਿਰ ਵੀ ਨਹੀਂ ਆਉਂਦਾ, ਜਿਹੜਾ ਕੋਈ ਵੀ ਕ੍ਰਿਮੀਨਲ ਹੈ, ਅਕਿਊਜ਼ਡ ਹੈ, ਤਾਂ ਫਿਰ ਜੋ ਉਹਦੀ ਪ੍ਰਾਪਰਟੀ ਹੈ ਉਹਨੂੰ ਅਟੈਚ ਕੀਤਾ ਜਾਂਦਾ ਹੈ। 73 ਹੈ a person arrested by a police officer। ਸੋ ਜੋ ਵੀ ਬੰਦਾ ਆਪਾਂ ਕੋਈ ਪੁਲਿਸ ਆਫਿਸਰ ਅਰੈਸਟ ਕਰਦੇ ਆ ਕਿਸੇ ਨੂੰ, ਉਹਨੂੰ ਆਪਾਂ ਕਿੰਨੇ ਸਮੇਂ ਦੇ ਲਈ ਆਪਣੀ ਕਸਟਡੀ 'ਚ ਰੱਖ ਸਕਦੇ ਹਾਂ? ਸੋ 24 ਆਵਰਸ ਆਪਾਂ ਨੇ ਮੈਜਿਸਟ੍ਰੇਟ ਦੇ ਕੋਲ 24 ਘੰਟਿਆਂ ਦੇ ਅੰਦਰ ਉਸ ਬੰਦੇ ਨੂੰ ਪੇਸ਼ ਕਰਨਾ ਹੁੰਦਾ ਹੈ। ਸੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਕਹਿੰਦੇ ਸੰਮਨ ਕਿਵੇਂ ਭੇਜੇ ਜਾਂਦੇ ਨੇ। ਜੇ ਆਪਾਂ ਨੇ ਕਿਸੇ ਦੇ ਕੋਲ ਸੰਮਨ ਭੇਜਣੇ ਨੇ ਤਾਂ ਆਪਾਂ ਇਹਨਾਂ ਚੋਂ ਕਿਸੇ ਵੀ ਆਪਸ਼ਨ ਨੂੰ ਅਵੇਲ ਕਰ ਸਕਦੇ ਹਾਂ, ਚਾਹੇ ਕੋਈ ਪੁਲਿਸ ਆਫਿਸਰ ਭੇਜੇ, ਕੋਈ ਕੋਰਟ ਆਪਣਾ ਆਫਿਸਰ ਭੇਜੇ ਜਾਂ ਫਿਰ ਕੋਈ ਵੀ ਹੋਰ ਆਥੋਰਾਈਜ਼ਡ ਪਬਲਿਕ ਸਰਵੈਂਟ। ਸੋ ਕਹਿੰਦੇ ਜਿਹੜੇ ਹਿਊਮਨ ਰਾਈਟਸ ਨੇ, ਜਿਹੜੇ ਆਪਾਂ ਵਰਲਡ ਲੈਵਲ ਤੇ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨਸ ਬਾਰ-ਬਾਰ ਇਹਦੀ ਗੱਲ ਕਰਦੀ ਹੈ, ਇੰਟਰਨੈਸ਼ਨਲ ਲੈਵਲ ਦੇ ਜਿਹੜੇ ਰਾਈਟਸ ਨੇ, ਕਹਿੰਦੇ ਕਿਸ ਨੇਚਰ ਦੇ ਰਾਈਟਸ ਨੇ। ਸੋ ਇਹ ਯੂਨੀਵਰਸਲ ਨੇ, ਪੂਰੇ ਵਰਲਡ ਦੇ ਉੱਤੇ ਲਾਗੂ ਹੋਣ ਵਾਲੇ ਰਾਈਟਸ ਨੇ। ਨੈਕਸਟ ਕਹਿੰਦੇ ਉੱਤਰਾਖੰਡ ਨੂੰ ਕਿਹੜੇ ਸਾਲ ਦੇ ਵਿੱਚ ਇੱਕ ਸੈਪਰੇਟ ਸਟੇਟ ਡਿਕਲੇਅਰ ਕੀਤਾ ਸੀ? ਸੋ ਇਹਨੂੰ ਕੀਤਾ ਸੀ 2000 ਦੇ ਵਿੱਚ। ਨੈਕਸਟ the list that contains subject that is common to both union and state। ਆਪਾਂ ਨੂੰ ਪਤਾ ਜਿਹੜਾ ਆਪਣਾ ਸੰਵਿਧਾਨ ਹੈ, ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਕੁਝ ਲਿਸਟਾਂ ਦਿੱਤੀਆਂ ਹੋਈਆਂ ਨੇ, ਯੂਨੀਅਨ, ਸਟੇਟ, ਕਨਕਰੈਂਟ। ਸੋ ਕਹਿੰਦੇ ਜਿਹੜੀ ਕਨਕਰੈਂਟ ਲਿਸਟ ਹੈ ਉਹਦੇ ਵਿੱਚ ਕਾਮਨ ਸਬਜੈਕਟ ਦੱਸੇ ਨੇ ਵੀ ਇਹੋ ਜਿਹੇ ਸਬਜੈਕਟ ਜਿਨ੍ਹਾਂ ਉੱਤੇ ਯੂਨੀਅਨ ਤੇ ਸਟੇਟ ਇਹ ਦੋਨੋਂ ਸਰਕਾਰਾਂ ਆਪਣੇ ਕੋਈ ਵੀ ਡਿਸੀਜਨ ਨੇ, ਕੋਈ ਰੂਲਸ ਬਣਾਉਣੇ ਨੇ, ਉਹ ਬਣਾ ਸਕਦੀਆਂ ਨੇ ਮਿਲ ਕੇ। ਨੈਕਸਟ ਹੈ 78, which case laid down that basic structure doctrine of Constitution of India। ਸੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਕਨਸਟੀਟਿਊਸ਼ਨ ਦਾ ਇੱਕ ਬੇਸਿਕ ਸਟਰਕਚਰ ਆ ਉਹਨੂੰ ਆਪਾਂ ਅਮੈਂਡ ਨਹੀਂ ਕਰ ਸਕਦੇ, ਉਹਨੂੰ ਆਪਾਂ ਬਦਲ ਨਹੀਂ ਸਕਦੇ। ਸੋ ਜਿਹੜੀਆਂ ਕਨਸਟੀਟਿਊਸ਼ਨ ਦੀਆਂ ਕੁਝ ਕਹਿ ਸਕਦੇ ਹਾਂ ਆਪਾਂ ਨੀਂਹ ਨੇ, ਉਹਦੀਆਂ ਜਿਹੜੀਆਂ ਅਜੇ ਪ੍ਰਿੰਸੀਪਲ ਨੇ, ਉਹਨਾਂ ਨੂੰ ਆਪਾਂ ਉਹਦੇ ਸਿਧਾਂਤ ਨੇ ਬਦਲ ਨਹੀਂ ਸਕਦੇ। ਅਮੈਂਡਮੈਂਟ ਉਹਨਾਂ ਉੱਤੇ ਆਰਟੀਕਲ 368 ਵਾਲੀ ਅਪਲਾਈ ਨਹੀਂ ਹੁੰਦੀ। ਸੋ 78 ਦਾ ਸਹੀ ਆਨਸਰ ਹੈ ਆਪਸ਼ਨ ਬੀ। ਸੋ ਕੇਸ਼ਵ ਨੰਦਾ ਭਾਰਤੀ ਵਰਸਸ ਸਟੇਟ ਆਫ ਕੇਰਲਾ ਜਿਹੜਾ ਕੇਸ ਹੈ, ਇਹਦੇ ਵਿੱਚ ਦੱਸਿਆ ਗਿਆ ਸੀ ਕਿ ਬੇਸਿਕ ਸਟਰਕਚਰ ਦੇ ਵਿੱਚ ਕੀ ਕੀ ਆਉਂਦਾ ਤੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਨਹੀਂ ਕਦੇ ਵੀ ਬਦਲ ਸਕਦੇ। ਹੁਣ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ, ਕਹਿੰਦੇ ਉਹ ਕਨਸਟੀਟਿਊਐਂਟ ਅਸੈਂਬਲੀ ਨੇ ਕਿਸ ਦਿਨ ਅਡਾਪਟ ਕੀਤਾ? ਸੋ ਉਰੇ ਅਡਾਪਸ਼ਨ ਦੀ ਗੱਲ ਆ ਰਹੀ ਹੈ। ਸੋ ਅਡਾਪਟ ਕੀਤਾ ਸੀ 26 ਨਵੰਬਰ 1949 ਨੂੰ। ਤੇ ਇਸ ਦਿਨ ਨੂੰ ਆਪਾਂ ਕਿਸ ਡੇ ਦੇ ਨਾਲ ਸੈਲੀਬ੍ਰੇਟ ਕਰਦੇ ਹਾਂ? ਸੋ 26 ਨਵੰਬਰ ਇਜ਼ ਸੈਲੀਬ੍ਰੇਟਡ ਐਜ਼ ਵਿਚ ਆਫ ਦ ਫੋਲੋਇੰਗ ਡੇ ਇਨ ਇੰਡੀਆ। ਸੋ ਇਹਨੂੰ ਆਪਾਂ ਕਨਸਟੀਟਿਊਸ਼ਨ ਡੇ ਦੇ ਨਾਲ ਸੈਲੀਬ੍ਰੇਟ ਕਰਦੇ ਹਾਂ। ਨੈਕਸਟ ਹੈ 81st, which of the following element is not necessary for a contract। contract agreement ਬਣਾਉਣ ਦੇ ਲਈ ਇਹਨਾਂ ਚੋਂ ਕਿਹੜੀ ਚੀਜ਼ ਜ਼ਰੂਰੀ ਨਹੀਂ ਹੈ? ਸੋ ਰੀਜ਼ਨੇਬਲ ਟਰਮਸ ਐਂਡ ਕੰਡੀਸ਼ਨ ਹੋਣੀਆਂ ਜ਼ਰੂਰੀ ਨਹੀਂ। ਨੈਕਸਟ ਐਨ ਅਗਰੀਮੈਂਟ ਬਿਕਮ ਅ ਕੰਟਰੈਕਟ। ਇੱਕ ਐਗਰੀਮੈਂਟ ਕਿਸੇ ਦੀ ਆਪਸ ਦੇ ਵਿੱਚ ਕੋਈ ਸਲਾਹ ਹੈ, ਉਹ ਅਸਲੀ ਫਾਰਮਲੀ ਕੰਟਰੈਕਟ ਦਾ ਰੂਪ ਕਦੋਂ ਲੈਂਦੀਆਂ ਨੇ? ਜਦੋਂ ਉਹ ਲਾਅ ਵੱਲੋਂ ਇਨਫੋਰਸ ਕਰ ਦਿੱਤਾ ਜਾਂਦਾ ਹੈ,
ਉਹਨੂੰ ਓਕੇ ਕਰ ਦਿੱਤਾ ਜਾਂਦਾ ਹੈ। ਨੈਕਸਟ ਕਹਿੰਦੇ ਕੰਟਰੈਕਟ ਨੂੰ ਬਣਾਉਣ ਦਾ ਸਹੀ ਤਰੀਕਾ ਕੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਆਫਰ ਚਾਹੀਦੀ ਹੈ, ਉਸ ਆਫਰ ਨੂੰ ਦੂਜੀ ਪਾਰਟੀ ਮੰਨੂ ਐਕਸੈਪਟ ਕਰੂ, ਫਿਰ ਵਿੱਚ ਕੋਈ ਕੰਸੀਡਰੇਸ਼ਨ ਕੋਈ ਪੇਮੈਂਟ ਆਪਾਂ ਕੋਈ ਮਨੀ ਰੱਖਾਂਗੇ ਤੇ ਲਾਸਟ ਵਿੱਚ ਉਹ ਕੰਸੀਡਰੇਸ਼ਨ ਨੂੰ ਲੈ ਕੇ ਦੋਨੋਂ ਪਾਰਟੀਆਂ ਆਪਸ ਦੇ ਵਿੱਚ ਅਗਰੀ ਕਰਨਗੀਆਂ, ਹਾਂ ਕਰਨਗੀਆਂ। ਨੈਕਸਟ ਕਹਿੰਦੇ A supports B's infant son, B promised to pay A's expenses in so doing। ਕਹਿੰਦੇ A ਕਹਿੰਦਾ ਵੀ ਮੇਰਾ ਕੋਈ ਦੋਸਤ ਆ ਮੰਨ ਲਓ B, ਵੀ ਮੈਂ ਉਹਦੇ ਮੁੰਡੇ ਦੀ ਪੜ੍ਹਾਈ ਦਾ ਖਰਚਾ ਚੁੱਕੂ, ਤੇ B ਕਹਿੰਦਾ ਵੀ ਮੈਂ ਤੈਨੂੰ ਇਹ ਖਰਚੇ ਦੇ ਲਈ ਬਾਅਦ ਵਿੱਚੋਂ ਕੋਈ ਨਾ ਕੋਈ ਪੈਸੇ ਜ਼ਰੂਰ ਦਊਂਗਾ। ਸੋ ਕਹਿੰਦੇ ਕੀ ਇਹ ਕੋਈ ਕੰਟਰੈਕਟ ਹੈ। ਸੋ ਇਹਦਾ ਆਨਸਰ ਹੈ ਯੈਸ, ਇੱਕ ਵੈਲਿਡ ਕੰਟਰੈਕਟ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਕੰਸੀਡਰੇਸ਼ਨ ਹੈ ਉਹ ਹੈ B ਦਾ ਜਿਹੜਾ ਮੁੰਡਾ ਹੈ ਉਹਦੀ ਪੜ੍ਹਾਈ। ਨੈਕਸਟ ਹੈ ਟੂ whom ਹਿੰਦੂ law is not applied। ਇਹਨਾਂ ਵਿੱਚੋਂ ਜਿਹੜਾ ਹਿੰਦੂ law ਹੈ ਉਹ ਕਿਹਦੇ ਉੱਤੇ ਅਪਲਾਈ ਨਹੀਂ ਹੁੰਦਾ। ਸੋ ਅ ਹਿੰਦੂ who converts to Christianity, ਜਿਹੜਾ ਹਿੰਦੂ ਬੰਦਾ ਕ੍ਰਿਸਚਨ ਧਰਮ ਦੇ ਵਿੱਚ ਆਪਣੇ ਆਪ ਨੂੰ ਕਨਵਰਟ ਕਰ ਲਵੇ ਉਹਦੇ ਉੱਤੇ ਹਿੰਦੂ law ਅਪਲਾਈ ਨਹੀਂ ਹੁੰਦਾ। ਨੈਕਸਟ ਹੈ in which case the court held that Muslim women have a right to maintenance under section 125 of the CRPC। ਸੋ ਕਹਿੰਦੇ ਕਿਹੜਾ ਇਹ ਜਿਹਾ ਕੇਸ ਆ ਜਿਹੜਾ ਕਿ ਮੁਸਲਿਮ ਵਿਮਨ ਦੇ ਜਿਹੜਾ ਰਾਈਟ ਟੂ ਮੇਨਟੇਨੈਂਸ ਹੈ ਕਿ ਉਹ ਸੈਕਸ਼ਨ 125 ਦੇ ਅੰਦਰ ਵੀ ਅਪਲਾਈ ਕਰ ਸਕਦੀਆਂ ਨੇ, ਇਸ ਚੀਜ਼ ਨੂੰ ਲੈ ਕੇ ਆਇਆ ਸੀ। ਸੋ ਇਹ ਬਹੁਤ ਹੀ ਜ਼ਿਆਦਾ ਫੇਮਸ ਕੇਸ ਹੈ MD ਅਹਿਮਦ ਖਾਨ ਵਰਸਸ ਸ਼ਾਹ ਬਾਨੋ ਬੇਗਮ। ਸੋ ਇਹਨੂੰ ਯੂਜੂਅਲੀ ਸ਼ਾਹ ਬਾਨੋ ਕੇਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਨੈਕਸਟ ਕਹਿੰਦੇ ਮੁਸਲਿਮ ਲਾਅ ਕਿੱਥੋਂ ਨਿਕਲ ਕੇ ਆਇਆ, ਉਹਦੇ ਪ੍ਰਾਇਮਰੀ ਸੋਰਸ ਕੀ ਨੇ। ਸੋ ਇਹ ਤਿੰਨੋਂ ਹੀ ਪ੍ਰਾਇਮਰੀ ਸੋਰਸ ਆਉਂਦੇ ਨੇ ਮੁਸਲਿਮ ਲਾਅ ਦੇ। ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ। ਸੋ ਕੁਰਾਨ, ਸੁੰਨਾ, ਇਜਮਾ, ਕਿਆਸ, ਇਹ ਚਾਰੋਂ ਚੀਜ਼ਾਂ ਨੂੰ ਪੜ੍ਹ ਕੇ ਹੀ ਆਪਾਂ ਨੇ ਮੁਸਲਿਮ ਲਾਅ ਤਿਆਰ ਕੀਤਾ ਹੈ। ਨੈਕਸਟ ਕੁਐਸਚਨ ਹੈ in which year government of India had set up the, ਕਹਿੰਦੇ ਸਰਕਾਰੀਆ ਕਮਿਸ਼ਨ ਕਿਹੜੇ ਸਾਲ ਬਣਾਇਆ ਸੀ ਜਿਹਦੇ ਵਿੱਚ ਸੈਂਟਰ ਸਟੇਟ ਨੇ ਆਪਸ ਦੇ ਵਿੱਚ ਕਿਵੇਂ ਰਿਲੇਸ਼ਨ ਰੱਖਣੇ ਨੇ ਉਸ ਚੀਜ਼ ਨੂੰ ਦੱਸਿਆ ਗਿਆ। ਜਿਹੜਾ ਇਹ ਕਮਿਸ਼ਨ ਹੈ ਇਹਦਾ ਨਾਮ, ਈਅਰ ਤੇ ਇਹ ਕਿਸ ਚੀਜ਼ ਲਈ ਬਣਿਆ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ, ਸੋ ਆਪਣੇ ਲਈ ਬਹੁਤ ਜ਼ਰੂਰੀ ਹੈ। ਸੋ ਸਰਕਾਰੀਆ ਕਮਿਸ਼ਨ ਆਇਆ ਸੀ 1983 ਦੇ ਵਿੱਚ। Next, which among the following article of Constitution of India says that all public places are open to all citizen। ਸੋ ਕਹਿੰਦੇ ਸੰਵਿਧਾਨ ਦੇ ਕਿਹੜੇ ਇਹ ਜਿਹੇ ਆਰਟੀਕਲ 'ਚ ਲਿਖਿਆ ਹੋਇਆ ਹੈ ਵੀ ਜੋ ਵੀ ਪਬਲਿਕ ਪਲੇਸਿਸ ਨੇ ਉੱਥੇ ਜਾਣ ਦਾ ਹਰ ਇਨਸਾਨ ਨੂੰ ਹੱਕ ਹੈ। ਸੋ ਇਹ ਹੈ ਆਰਟੀਕਲ 15 ਕਲੌਜ਼ 2। ਨੈਕਸਟ ਕਹਿੰਦੇ ਪਹਿਲੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਕਿਹੜੇ ਸਾਲ 'ਚ ਹੋਈਆਂ। ਇਹ ਕੁਐਸਚਨਸ ਤਾਂ ਕੋਈ ਵੀ ਪੇਪਰ ਹੈ ਚਾਹੇ ਉਹ ਸਿਵਲ ਲੈਵਲ ਦਾ ਹੈ ਚਾਹੇ ਲੋਕਲ ਲੈਵਲ ਦਾ ਹੈ, ਹਰ ਐਗਜ਼ਾਮੀਨਰ ਇਹਨੂੰ ਪੁੱਛਦਾ ਹੀ ਪੁੱਛਦਾ ਹੈ। ਸੋ ਇਹ ਕੁਐਸਚਨ ਆਉਣ ਦੇ ਬਹੁਤ ਚਾਂਸਿਸ ਨੇ। ਸੋ ਪਹਿਲੀਆਂ ਜਨਰਲ ਇਲੈਕਸ਼ਨ ਲੋਕ ਸਭਾ ਦੀਆਂ ਹੋਈਆਂ ਸੀ 1951 ਦੇ ਵਿੱਚ। ਸੋ ਕਹਿੰਦੇ ਜਿਹੜਾ ਕੋਈ ਵੀ ਸਟੇਟ ਹੈ ਉਹਦਾ ਚੀਫ ਐਗਜ਼ੀਕਿਊਟਿਵ ਹੈਡ ਕੌਣ ਆ। ਆਪਾਂ ਨੂੰ ਪਤਾ ਹੈ ਕਿ ਪੂਰੇ ਕੰਟਰੀ ਦਾ ਆਪਣੀ ਇੰਡੀਆ ਦਾ ਚੀਫ ਐਗਜ਼ੀਕਿਊਟਿਵ ਹੈਡ ਆ ਪ੍ਰੈਜ਼ੀਡੈਂਟ। ਸੋ ਇੱਕ ਸਟੇਟ ਦਾ ਚੀਫ ਐਗਜ਼ੀਕਿਊਟਿਵ ਹੈਡ ਹੁੰਦਾ ਗਵਰਨਰ। ਇਹ ਕੁਐਸਚਨ ਵੀ ਪੋਲਿਟੀ ਦਾ ਜਾਂ ਲੀਗਲ ਰੀਜ਼ਨਿੰਗ ਦਾ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਹੈ which of the following Constitution Amendment Act provided for reservation of seats for scheduled tribe of Nagaland, Meghalaya, Mizoram, Arunachal। ਸੋ ਕਹਿੰਦੇ ਕਿਹੜੀ ਅਮੈਂਡਮੈਂਟ ਤੋਂ ਬਾਅਦ ਜਿਹੜੀਆਂ ਸੀਟਾਂ ਨੇ ਸ਼ਡਿਊਲ ਟ੍ਰਾਈਬ ਦੇ ਲਈ ਉਹ ਇਹ ਸਾਰੀਆਂ ਜਗ੍ਹਾ ਦੇ ਉੱਤੇ ਪ੍ਰੋਵਾਈਡ ਕਰਵਾਈਆਂ ਗਈਆਂ। ਸੋ ਉਹ ਹੋਇਆ ਸੀ 57th ਅਮੈਂਡਮੈਂਟ ਤੋਂ ਬਾਅਦ। ਨੈਕਸਟ ਕਹਿੰਦੇ ਕਿਹੜੀ ਇਹ ਜਿਹੀ ਕਮੇਟੀ ਹੈ ਜਿਹਨੇ ਕਿਹਾ ਸੀ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹ 3 ਮੈਂਬਰਾਂ ਦੀ ਬਾਡੀ ਹੋਣੀ ਚਾਹੀਦੀ ਹੈ। ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਸੋ ਇਹ ਕਿਹਾ ਸੀ ਤਾਰਕੁੰਡੇ ਕਮੇਟੀ ਦੇ ਵਿੱਚ। ਨੈਕਸਟ ਹੈ 94th, ਜਿਹੜੀ ਟੌਟ ਦੀ ਪਿਜਨ ਹੋਲ ਥਿਊਰੀ ਹੈ ਇਹ ਕਿਹਦੇ ਦੁਆਰਾ ਦਿੱਤੀ ਗਈ ਹੈ। ਸੋ ਇਹਨੂੰ ਦੇਣ ਵਾਲੇ ਸੀ ਸੈਲਮੰਡ। ਨੈਕਸਟ ਹੈ ਇਹਨਾਂ ਵਿੱਚੋਂ ਟੌਟ ਕੀ ਨਹੀਂ ਹੈ। ਸੋ ਆਪਾਂ ਨੇ ਆਲਰੇਡੀ ਪੜ੍ਹਿਆ ਸੀ ਕਿ ਇਹ ਤਿੰਨੋਂ ਚੀਜ਼ਾਂ ਟੌਟ ਨੇ। ਸੋ ਕਲਪੇਬਲ ਹੋਮਿਸਾਈਡ ਇਹ ਟੌਟ ਨਹੀਂ ਹੈ, ਇੱਕ ਕ੍ਰਿਮੀਨਲ ਲਾਅ ਦੇ ਅੰਦਰ ਆਉਂਦਾ। ਸੋ ਇੱਕ ਕ੍ਰਾਈਮ ਹੈ, ਇੱਕ offense ਹੈ ਜਿਹਨੂੰ ਕਿ ਆਪਾਂ IPC ਦੇ ਅੰਦਰ ਪੜ੍ਹਦੇ ਹਾਂ। ਨੈਕਸਟ ਹੈ the purpose behind punishment given under law of tort is not। ਕਹਿੰਦੇ ਆਪਾਂ ਨੂੰ ਪਤਾ ਹੈ ਕਿ ਟੌਟ ਦੇ ਅੰਦਰ ਜ਼ਿਆਦਾ ਕੋਈ ਇੱਦਾਂ ਟਫ ਪਨਿਸ਼ਮੈਂਟਸ ਨਹੀਂ ਹੁੰਦੀਆਂ, ਮੋਸਟਲੀ ਡੈਮੇजेस ਵਗੈਰਾ ਕੋਈ ਫਾਈਨ ਵਗੈਰਾ ਹੀ ਲਏ ਜਾਂਦੇ ਨੇ।
ਸੋ ਕਹਿੰਦੇ ਕਿਹੜਾ ਇੱਕ ਪਰਪਸ ਨਹੀਂ ਹੈ ਇਹਨਾਂ ਦੇ ਵਿੱਚੋਂ ਸਜ਼ਾ ਦੇਣ ਦਾ ਟੌਰਟ ਦੇ ਅੰਦਰ। ਸੋ ਉਹ ਹੈ ਵੀਕਨਿੰਗ ਦ ਅਕਿਊਜ਼ਡ। ਅਕਿਊਜ਼ ਨੂੰ ਨੀਚੇ ਗਿਰਾਉਣਾ, ਉਹਨੂੰ ਵੀਕ ਕਰਨਾ, ਇਹ ਕੋਈ ਮਨਸ਼ਾ ਨਹੀਂ ਹੈ ਟੌਰਟ ਲਾਅ ਦੀ। ਨੈਕਸਟ ਹੈ 97 ਦ ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ। ਸੋ ਇੰਡੀਅਨ ਕਨਸਟੀਟਿਊਸ਼ਨ ਹੈ ਜਿਹੜਾ ਇਹ ਵੱਖ-ਵੱਖ ਸੋਰਸਿਸ ਤੋਂ ਚੀਜ਼ਾਂ ਨੂੰ ਇਕੱਠਾ ਕਰਕੇ ਤਿਆਰ ਕੀਤਾ ਹੋਇਆ। ਸੋ ਕਹਿੰਦੇ ਜਿਹੜਾ ਫੈਡਰਲ ਸਿਸਟਮ ਹੈ ਉਹ ਕਿੱਥੋਂ ਬੋਰੋ ਕੀਤਾ ਹੈ? ਸੋ ਇਹ ਆਪਾਂ ਨੇ ਕੀਤਾ ਹੈ ਕੈਨੇਡਾ ਤੋਂ। ਨੈਕਸਟ ਹੈ ਜਿਹੜੇ ਐਮਰਜੈਂਸੀ ਪ੍ਰੋਵੀਜ਼ਨਸ ਨੇ, ਆਪਾਂ ਨੂੰ ਪਤਾ ਹੈ ਕਿ ਐਮਰਜੈਂਸੀ ਲੱਗ ਸਕਦੀ ਹੈ ਫਾਈਨੈਂਸ਼ੀਅਲ, ਸਟੇਟ, ਨੈਸ਼ਨਲ ਐਮਰਜੈਂਸੀ। ਸੋ ਇਹ ਆਪਾਂ ਨੇ ਬੋਰੋ ਕੀਤਾ ਹੈ ਐਮਰਜੈਂਸੀ ਦਾ ਪ੍ਰੋਵੀਜ਼ਨ Weimar Constitution of Germany. This is the most important source. Next ਹੈ ਜਿਹੜੇ ਫੰਡਾਮੈਂਟਲ ਡਿਊਟੀਜ਼ ਦੀ ਪਲੈਨਿੰਗ ਹੈ ਉਹ ਕਿੱਥੋਂ ਲਿਆਂਦੀ ਹੈ? ਸੋ ਉਹ ਲਿਆਂਦੀ ਸੀ ਸੋਵੀਅਤ ਕਨਸਟੀਟਿਊਸ਼ਨ ਤੋਂ। ਤੇ ਅੱਜ ਦਾ ਆਪਣਾ ਲੀਗਲ ਰੀਜ਼ਨਿੰਗ ਦਾ ਲਾਸਟ ਇੰਪੋਰਟੈਂਟ ਕੁਐਸਚਨ ਹੈ। ਕਹਿੰਦੇ ਜਦੋਂ ਕਨਸਟੀਟਿਊਸ਼ਨ 'ਚ ਆਪਾਂ ਅਮੈਂਡਮੈਂਟ ਕਰਦੇ ਹਾਂ ਉਹਦੇ ਲਈ ਆਪਾਂ ਨੂੰ ਪਤਾ ਹੈ ਕਿ 2/3 ਮੈਜੋਰਿਟੀ ਚਾਹੀਦੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ। ਸੋ ਕਹਿੰਦੇ ਜਿਹੜੀ ਕਨਸਟੀਟਿਊਸ਼ਨ ਅਮੈਂਡਮੈਂਟ ਵਾਲਾ ਕੰਸੈਪਟ ਹੈ ਇਹ ਕਿੱਥੋਂ ਲਿਆਂਦਾ? ਸੋ ਇਹ ਲਿਆਂਦਾ ਸਾਊਥ ਅਫਰੀਕਾ ਚੋਂ। ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। So this was all about our today's lecture, and we have discussed 100 most important and most expected questions from legal reasoning. ਤੇ ਮੈਂ ਟਰਾਈ ਕੀਤਾ ਹੈ ਕਿ ਤੁਹਾਨੂੰ ਸਿਵਲ, ਕ੍ਰਿਮੀਨਲ, ਫੈਮਿਲੀ ਲਾਅ, ਕਨਸਟੀਟਿਊਸ਼ਨ, ਜਨਰਲ, ਪ੍ਰਿੰਸੀਪਲ, ਮੈਗਜ਼ੀਮ ਜੋ ਵੀ ਏਰੀਆ ਕਵਰ ਹੋ ਸਕਦਾ ਹੈ ਆਪਾਂ ਹਰ ਏਰੀਆ ਨੂੰ ਟੱਚ ਕਰੀਏ, ਕਵਰ ਕਰੀਏ। And please do like, comment, share and keep supporting my channel Victor's Knowledge. Thank you.